ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸਮਤ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ ਜਹ ਜਹ ਦੇਖਾ ਤਹ ਤਹ ਤੂੰ ਹੈ ਤੁਝ ਤੇ ਨਿਕਸੀ ਫੂਟ ਮਰਾ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰ ਚੜ ਜਾਏ ਅੰਧ ਲਖੈ ਬਦਰਉ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਤਿਤ ਸਰਵੜੈ ਭਈਐ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ। ਤਿਤ ਸਰਵੜੈ ਭਈਐ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ। ਮਨ ਏਕ ਨਾ ਚਿਤਿ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀਂ ਵਿਸਰਿਆ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀਂ ਵਿਸਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਭਗਤ ਵਛਲ ਕਰੁਣਾ ਨਿਧਾਨ ਦਇਆ ਦੇ ਖਜ਼ਾਨੇ ਲੋਕ ਪਰਲੋਕ ਕੇ ਰੱਖਿਅਕ ਸ਼ਬਰ ਛਤਰ ਤਖਤਾਂ ਦੇ ਮਾਲਕ ਦਾਸ ਗੁਰੂ ਸਾਹਿਬਾਨਾਂ ਦੀ ਜੋਤ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦਾ ਪਵਿੱਤਰ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਹੈ। ਸਾਰੀ ਹੀ ਸੰਗਤ ਬੜੇ ਹੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ। ਅੰਮ੍ਰਿਤਮਈ ਗੁਰਬਾਣੀਆਂ ਦਾ ਨਿਤਨੇਮ ਹੋਇਆ। ਅਰਦਾਸ ਬੇਨਤੀ ਹੋਈ ਸਤਿਗੁਰਾਂ ਅੱਗੇ ਅਤੇ ਹੁਣ ਸਮਾਂ ਹੈ
ਜੋ ਲੜੀਵਾਰ ਕਥਾ ਵਿਚਾਰਦਾ, ਸਤਿਗੁਰਾਂ ਨੇ ਤਰਸ ਕਰਕੇ ਜੋ ਸੋਧਾ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਪ੍ਰਾਰੰਭ ਕਰਾਈ ਸੀ। ਉਸ ਵਿੱਚ ਸਾਰੀ ਹੀ ਸੰਗਤ ਸਤ ਸੰਗਤ ਵਿੱਚ ਹਾਜ਼ਰੀਆਂ ਭਰ ਕੇ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਤਿਗੁਰਾਂ ਦਾ ਫਰਮਾਨ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਜੋ ਸਤਿਗੁਰਾਂ ਨੂੰ ਪਰਮੇਸ਼ਰ ਦੇ ਨਾਲ ਆਪਾਂ ਨੂੰ ਮਿਲਣ ਦੀ ਵਾਰੀ ਮਿਲੀ ਹੈ, ਉਸ ਨੂੰ ਨਾ ਖੰਝਾ ਕੇ ਸਤ ਸੰਗਤ ਦੀਆਂ ਘੜੀਆਂ ਦੇ ਵਿੱਚ ਬੈਠੀਏ, ਸਤਿਗੁਰਾਂ ਦੇ ਸ਼ਬਦ ਦਾ ਨਿੱਘ ਪ੍ਰਾਪਤ ਕਰੀਏ। ਜੋ ਪਿਛਲੇ ਸ਼ਬਦ ਦੇ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਹੇ ਮੇਰੇ ਸਿਰ ਦੇ ਸਾਈਂ, ਤੂੰ ਕਰਤਾ ਸਚਿਆਰ, ਤੂੰ ਹੀ ਪਰਮੇਸ਼ਰ ਕਰਨ ਵਾਲਾ ਹੈ ਸਾਰੀ ਸ੍ਰਿਸ਼ਟੀ ਨੂੰ, ਅਤੇ ਸਚਿਆਰ ਤੂੰ ਸੱਚਾ ਹੈ, ਤੂੰ ਮਿਟਣ ਵਾਲਾ ਨਹੀਂ। ਮੈਡਾ ਸਾਈਂ, ਹੇ ਮੇਰੇ ਸਾਈਂ, ਜੋ ਤਉ ਭਾਵੈ ਸੋਈ ਥੀਸੀ। ਜੋ ਤੁਹਾਨੂੰ ਭਾਉਂਦਾ ਹੈ ਉਹੀ ਵਾਪਰਦਾ ਹੈ ਇਸ ਸੰਸਾਰ ਦੇ ਅੰਦਰ, ਅਤੇ ਜੋ ਤੂੰ ਦੇ ਹੈ ਸੋਈ ਹਾਉ ਪਾਈ। ਜੋ ਤੁਸੀਂ ਦਿੰਦੇ ਹੋ ਉਹੀ ਅਸੀਂ ਜੀਵ ਪ੍ਰਾਪਤ ਕਰਦੇ ਹਾਂ, ਅਤੇ ਅੱਗੇ ਵੀ ਤੁਹਾਡਾ ਦਿੱਤਾ ਹੀ ਪ੍ਰਾਪਤ ਕਰਾਂਗੇ। ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ, ਸਾਰੀ ਸ੍ਰਿਸ਼ਟੀ ਪਰਮੇਸ਼ਰ ਤੁਹਾਡੀ ਹੈ, ਅਤੇ ਸਾਰੇ ਨੇ ਧਿਆਨੋ ਹੀ ਧਿਆਉਣਾ ਕੀਤਾ ਹੈ। ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਕਿ ਜਿਨ੍ਹਾਂ ਉੱਤੇ ਤੁਸੀਂ ਕਿਰਪਾ ਦ੍ਰਿਸ਼ਟੀ ਕਰ ਦੇਵੋ ਤੇ ਉਹਨਾਂ ਨੂੰ ਕਿਰਪਾ ਕਰਕੇ ਨਾਮ ਰਤਨ ਬਖਸ਼ਿਸ਼ ਕਰ ਦਿੰਦੇ ਹੋ, ਉਹ ਪਾਲ ਲੈਂਦੇ ਹਨ। ਗੁਰਮੁਖ ਲਾਧਾ ਤੇ ਮਨਮੁਖ ਗਵਾਇਆ। ਤੇ ਜਿਨ੍ਹਾਂ ਨੇ ਸਤਿਗੁਰਾਂ ਦੇ ਗੁਰਮੁਖ ਸਨਮੁਖ ਹੋ ਕਰਕੇ ਸਤਿਗੁਰਾਂ ਦੇ ਬਚਨ ਮੰਨ ਕੇ ਸੰਸਾਰ ਵਿੱਚ ਜੀਵੇ, ਉਹਨਾਂ ਨੇ ਤਾਂ ਲੱਭ ਲਿਆ। ਲਾਧਾ ਭਾਵ ਲੱਭ ਲਿਆ। ਜਿਸ ਪ੍ਰਕਾਰ ਨਾਲ ਦੁੱਧ ਦੇ ਅੰਦਰੋਂ ਮੱਖਣ ਆਪਾਂ ਲੱਭ ਲਈਦਾ ਹੈ ਰਿੜਕ ਕੇ, ਜਾਗ ਲਗਾ ਕਰਕੇ, ਇਸ ਪ੍ਰਕਾਰ ਨਾਲ ਜੋ ਗੁਰਮੁਖਾਂ ਨੇ ਸਤ ਸੰਗਤ ਵਿੱਚ ਆਣ ਕਰਕੇ ਜੋ ਜਾਗ ਲੱਗੀ ਉਹਨਾਂ ਨੂੰ, ਤਾਂ ਇਸ ਪ੍ਰਕਾਰ ਨਾਲ ਉਹਨਾਂ ਨੇ ਨਾਮ ਰਤਨ ਨੂੰ ਲੱਭ ਲਿਆ। ਅਤੇ ਜਿਹੜੇ ਮਨਮੁਖ ਗਵਾਇਆ, ਮਨਮੁਖਾਂ ਨੇ ਗਵਾ ਲਿਆ, ਕਿਉਂਕਿ ਉਹ ਸਤ ਸੰਗਤ ਵਿੱਚ ਆਏ ਨਹੀਂ, ਉਹਨਾਂ ਨੂੰ ਜਾਗ ਨਹੀਂ ਲੱਗੀ। ਉਹ ਕੁਸੰਗਤ ਦੇ ਵਿੱਚ ਜਾਣ ਕਰਕੇ ਉਹਨਾਂ ਦੀ ਜਿਹੜੀ ਜਾਗ ਖਰਾਬ ਹੋ ਗਈ, ਦੁੱਧ ਖਰਾਬ ਹੋ ਗਿਆ, ਤੇ ਉਹਨਾਂ ਨੂੰ ਰਤਨ ਜਿਹੜਾ ਮੱਖਣ ਸਤਿਗੁਰਾਂ ਦਾ ਨਾਮ ਰਤਨ ਉਹ ਪ੍ਰਾਪਤ ਨਾ ਹੋਇਆ। ਦੁੱਧ ਆਪ ਵਿਛੋੜਿਆ ਆਪ ਮਿਲਾਇਆ। ਤੇ ਇਹ ਸਤਿਗੁਰੂ ਜਿਹੜੇ ਗੁਰਮੁਖ ਹੋ ਗਏ, ਜਿਹੜੇ ਤੁਹਾਡੇ ਸਰਣੀ ਆ ਗਏ, ਜਿਨ੍ਹਾਂ ਨੇ ਲੱਭ ਲਿਆ ਨਾਮ ਰਤਨ, ਉਹਨਾਂ ਨੂੰ ਤੁਸੀਂ ਮਿਲਾ ਲਿਆ ਆਪਣੇ ਨਾਲ। ਤੇ ਜਿਨ੍ਹਾਂ ਨੇ ਜਿਹੜੇ ਮਨਮੁਖ ਹੀ ਰਹੇ, ਸਤ ਸੰਗਤ ਵਿੱਚ ਨਾ ਆਏ, ਤੇ ਹੇ ਪਰਮੇਸ਼ਰ ਉਹਨਾਂ ਨੂੰ ਤੁਸੀਂ ਵਿਛੋੜ ਦਿੱਤਾ ਆਪਣੇ ਨਾਲੋਂ। ਤੂੰ ਦਰਿਆਓ ਸਭ ਤੁਝ ਹੀ ਮਾਹੇ। ਪਰਮੇਸ਼ਰ ਤੂੰ ਦਰਿਆਓ ਦੀ ਨਿਆਈ, ਸਮੁੰਦਰ ਦੀ ਨਿਆਈ, ਸਾਰੇ ਜੀਵ ਤੁਹਾਡੇ ਵਿੱਚ ਹੀ ਹਨ। ਤੁਝ ਬਿਨ ਦੂਜਾ ਕੋਈ ਨਾ ਹੈ, ਤੁਹਾਡੇ ਤੋਂ ਬਿਨਾਂ ਦੂਸਰਾ ਕੋਈ ਹੀ ਨਹੀਂ ਹੈ, ਹੀ ਨਹੀਂ ਦੂਸਰਾ ਕੋਈ ਹੋ ਹੀ ਨਹੀਂ ਸਕਦਾ। ਜੀ ਜੰਤ ਸਭ ਤੇਰਾ ਖੇਲ। ਪਰਮੇਸ਼ਰ ਇਹ ਜੋ ਜੀਵ ਅਤੇ ਜੰਤ, ਜੀਵ ਭਾਵ ਵੱਡੇ ਹੱਡੀਆਂ ਵਾਲੇ ਜੀਵ ਜਿਨ੍ਹਾਂ ਦੀਆਂ ਹੱਡੀਆਂ, ਅਤੇ ਜੰਤ ਜਿਨ੍ਹਾਂ ਦੀਆਂ ਹੱਡੀਆਂ ਨਹੀਂ, ਕੇਵਲ ਮਾਸ ਹੀ ਹੁੰਦਾ ਹੈ। ਪਰਮੇਸ਼ਰ ਸਭ ਤੇਰਾ ਖੇਲ, ਤੁਸੀਂ ਹੀ ਬਣਾਉਣਾ ਕੀਤੇ ਹਨ, ਤੁਸੀਂ ਹੀ ਇਹਨਾਂ ਨੂੰ ਮੇਟ ਦਿੰਦੇ ਹੋ, ਇੱਕ ਪਸਾਰਾ ਤੁਹਾਡਾ ਹੀ ਹੈ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਤੇ ਜਿਨ੍ਹਾਂ ਦੇ ਮਸਤਕ ਤੇ ਸੰਜੋਗ ਲਿਖੇ ਹੋਣ ਪਰਮੇਸ਼ਰ ਨਾਲ ਮਿਲਣ ਦੇ, ਜਿਨ੍ਹਾਂ ਦੇ ਮੱਥੇ ਤੇ ਸੰਜੋਗ ਲਿਖੇ ਹੋਣ ਕਿਸੇ ਪਦਾਰਥ ਦੇ ਮਿਲਣ ਦੇ, ਉਹ ਤਾਂ ਮਿਲ ਜਾਂਦਾ ਹੈ। ਤੇ ਜਿਨ੍ਹਾਂ ਤੇ ਮਸਤਕ ਦੇ ਫਿਰ ਵਿਜੋਗ ਲਿਖਿਆ ਹੋਵੇ ਨਾ, ਤੇ ਉਹ ਮਿਲੀਆਂ ਹੋਈਆਂ ਚੀਜ਼ਾਂ ਵੀ ਵਿਛੜ ਜਾਂਦੀਆਂ ਹਨ। ਪਰਮੇਸ਼ਰ ਦਾ ਨਾਮ ਵਿਛੜ ਜਾਂਦਾ ਹੈ, ਕੋਈ ਘਰ ਦਾ ਜੀਅ ਵਿਛੜ ਜਾਂਦਾ ਹੈ, ਕੋਈ ਪਦਾਰਥ ਵਿਛੜ ਜਾਂਦੇ ਹਨ ਜੇਕਰ ਵਿਜੋਗ ਲਿਖਿਆ ਹੋਵੇ। ਜਿਸਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ। ਕਿ ਜਿਨ੍ਹਾਂ ਨੂੰ ਇਹ ਪਰਮੇਸ਼ਰ ਤੁਸੀਂ ਜਣਾ ਦਿੰਦੇ ਹੋ, ਦੱਸ ਦਿੰਦੇ ਹੋ, ਉਹੀ ਜਾਣ ਸਕਦੇ ਹਨ ਤੁਹਾਨੂੰ। ਹਰ ਗੁਣ ਸਦ ਹੀ ਆਖ ਵਖਾਣਾ। ਤੇ ਜੀ ਫਿਰ ਜਿਹੜੇ ਫਿਰ ਜਾਣ ਲੈਂਦੇ ਆ ਨਾ, ਉਹ ਸਦਾ ਹੀ ਫਿਰ ਇਹ ਪਰਮੇਸ਼ਰ ਤੁਹਾਡੇ ਗੁਣ ਗਾਉਂਦੇ ਹੀ ਰਹਿੰਦੇ ਆ, ਤੇ ਗਾ ਗਾ ਕੇ ਉਹਨਾਂ ਦਾ ਵਿਖਿਆਨ ਕਰਦੇ ਹੀ ਰਹਿੰਦੇ ਆ।
ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਫਿਰ ਜਿਨ੍ਹਾਂ ਨੇ ਪਰਮੇਸ਼ਰ ਨੂੰ ਸੇਵਨਾ ਕੀਤਾ ਨਾ, ਮਨ ਕਰਕੇ, ਸਿਮਰਨ ਕਰਕੇ ਅਤੇ ਤਨ ਕਰਕੇ, ਸਤਿਗੁਰਾਂ ਦੀ ਦਰ ਦੀ ਸੇਵਾ ਕਰਕੇ, ਤਿਨ ਸੁਖ ਪਾਇਆ। ਫਿਰ ਉਹਨਾਂ ਨੂੰ ਸੁਖ ਦੀਆਂ ਪ੍ਰਾਪਤੀਆਂ ਹੁੰਦੀਆਂ ਹਨ। ਸਹਿਜੇ ਹੀ ਹਰ ਨਾਮ ਸਮਾਇਆ। ਇਸ ਪ੍ਰਕਾਰ ਨਾਲ ਉਹ ਸੇਵਾ ਕਰਦੇ ਕਰਦੇ ਸੁਤੇ ਸਿੱਧ ਆਪਣੇ ਆਪ ਹੀ ਭਾਵ ਨਿਸ਼ਚੈ ਹੀ ਹਰ ਨਾਮ ਦੇ ਅੰਦਰ ਸਮਾ ਜਾਂਦੇ ਹਨ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਪਰਮੇਸ਼ਰ ਤੂੰ ਆਪ ਕਰਨ ਵਾਲਾ ਹੈ। ਤੇਰਾ ਕੀਤਾ ਹੀ ਜੋ ਕੁਝ ਹੁੰਦਾ ਹੈ ਉਹ ਤੇਰਾ ਕੀਤਾ ਹੀ ਹੁੰਦਾ ਹੈ। ਤੁਧ ਬਿਨ ਦੂਜਾ ਅਵਰ ਨਾ ਕੋਏ। ਜਿਵੇਂ ਬੱਚਾ ਖੰਡ ਦੇ ਖਿਡੌਣਿਆਂ ਨਾਲ ਖੇਡਦਾ ਹੈ, ਜਾਣਦਾ ਹੈ ਕਿ ਖਿਡੌਣੇ ਵੱਖੋ ਵੱਖਰੇ ਹਨ, ਪਰ ਜਿਸ ਸਮੇਂ ਉਹਨਾਂ ਨੂੰ ਖਾਂਦਾ ਹੈ ਤਾਂ ਉਹਨੂੰ ਪ੍ਰਤੀਤ ਹੁੰਦਾ ਕਿ ਸਾਰਿਆਂ ਦੇ ਵਿੱਚ ਖੰਡ ਹੀ ਸੀ। ਇਸ ਪ੍ਰਕਾਰ ਨਾਲ ਤੁਧ ਬਿਨ ਦੂਜਾ ਅਵਰ ਨਾ ਕੋਏ। ਸਾਰੇ ਜੀਵ ਹਨ, ਵੱਖੋ ਵੱਖ ਦਿਸਦੇ ਹਨ, ਪਰ ਹੈ ਤੁਹਾਡੀ ਜੋਤ ਹੀ, ਤੁਹਾਡੇ ਤੋਂ ਬਿਨਾਂ ਕੋਈ ਨਹੀਂ ਹੈ। ਤੂੰ ਕਰ ਕਰ ਵੇਖਿਆ ਹੈ, ਜਾਣ ਹੈ ਸੋਏ। ਹੇ ਪਰਮੇਸ਼ਰ, ਤੂੰ ਹੀ ਕਰ ਕਰਕੇ ਸ੍ਰਿਸ਼ਟੀ ਨੂੰ ਬਣਾ ਕੇ ਵੇਖਿਆ ਹੈ, ਭਾਵ ਉਹਨਾਂ ਦੀ ਦੇਖਭਾਲ ਕਰ ਰਿਹਾ ਹੈ। ਜਾਣ ਹੈ ਸੋਏ, ਤੇ ਸਾਰੇ ਜੀਵਾਂ ਦੇ ਹਿਰਦਿਆਂ ਦੀ, ਮਨ ਦੀ, ਚੰਗੀ ਮੰਦੀ ਸਾਰੀ ਤੂੰ ਹੀ ਪਰਮੇਸ਼ਰ ਜਾਣਨ ਵਾਲਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਇਸ ਪ੍ਰਕਾਰ ਨਾਲ ਫਿਰ ਪਰਮੇਸ਼ਰ ਜਿਹੜੇ ਗੁਰਮੁਖ ਬਣ ਗਏ, ਉਹਨਾਂ ਦੇ ਵਿੱਚ ਤੁਸੀਂ ਆਣ ਕਰਕੇ ਆਪਣੀ ਜੋਤ ਟਿਕਾ ਦਿੰਦੇ ਹੋ, ਪ੍ਰਗਟ ਹੋ ਜਾਂਦੇ ਹੋ। ਇਸ ਪ੍ਰਕਾਰ ਨਾਲ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਫਿਰ ਜਿਹੜੇ ਗੁਰਮੁਖ ਹੋ ਗਏ ਨਾ, ਜਿਨ੍ਹਾਂ ਨੇ ਸਤਿਗੁਰਾਂ ਦੀ ਰਹਿਤ ਮਰਿਆਦਾ ਦਾ ਪਾਲਣ ਕਰ ਲਿਆ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕਰਕੇ ਸਿੰਘ ਸਜ ਗਏ, ਬੰਦਗੀ ਕੀਤੀ, ਜਤ ਸਾਰਜ ਪਰਪਾ ਕਰੇ, ਫਿਰ ਉਹ ਸੰਸਾਰ ਦੇ ਅੰਦਰ ਪ੍ਰਗਟ ਹੋਏ। ਉਹ ਛੁਪੇ ਨਹੀਂ ਰਹਿੰਦੇ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਫਿਰ ਉਹਨਾਂ ਦੀ ਵਡਿਆਈ ਪ੍ਰਗਟ ਹੁੰਦੀ ਹੈ ਜਿਹੜੇ ਗੁਰਮੁਖ ਹੋ ਜਾਂਦੇ ਹਨ। ਇਹ ਸਤਿਗੁਰਾਂ ਨੇ ਕੱਲ੍ਹ ਦੇ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਸੀ। ਸੋ ਅੱਜ ਜੋ ਪਵਿੱਤਰ ਸਤਿਗੁਰਾਂ ਦਾ ਸ਼ਬਦ ਆਸਾ ਰਾਗ ਦੇ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਵਿੱਤਰ ਸ਼ਬਦ ਹੈ ਕਿ ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਇਸ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਜੋ ਸੰਸਾਰੀ ਜੀਵ ਹਨ ਨਾ, ਇਹ ਜਿਹੜਾ ਮਾਇਆ ਦਾ ਅਤੇ ਪਰਿਵਾਰ ਦਾ ਜੋ ਮੋਹ ਹੈ, ਉਸ ਦੇ ਵਿੱਚ ਫਸ ਕੇ ਤੇ ਪਰਮੇਸ਼ਰ ਤੋਂ ਵਿਛੜ ਗਏ ਹਨ। ਪਰਮੇਸ਼ਰ ਵੱਲ ਉਹਨਾਂ ਦੇ ਪੈਰ ਚੱਲਦੇ ਨਹੀਂ, ਬੜਾ ਯਤਨ ਕਰਦੇ ਹਨ, ਪਰ ਉਹਨਾਂ ਦੇ ਪੈਰ ਉਸ ਗਾਰੇ ਦੇ ਵਿੱਚੋਂ, ਮੋਹ ਦੇ ਚਿੱਕੜ ਵਿੱਚੋਂ ਨਿਕਲਦੇ ਹੀ ਨਹੀਂ। ਉਹ ਉਸ ਦੇ ਵਿੱਚ ਫਸ ਚੁੱਕੇ ਹਨ। ਤੇ ਸਤਿਗੁਰੂ ਸਿੱਖਾਂ ਨੂੰ ਬਖਸ਼ਿਸ਼ ਕਰਦੇ ਹਨ ਕਿ ਕਿਸ ਪ੍ਰਕਾਰ ਨਾਲ ਬੇਨਤੀ ਕਰਨੀ ਹੈ ਕਿ ਸਤਿਗੁਰੂ, ਅਸੀਂ ਮੂਰਖ ਹਾਂ, ਸਾਡਾ ਮਨ ਮੂਰਖ ਹੈ, ਅਸੀਂ ਤੁਹਾਨੂੰ ਜਾਣਿਆ ਨਹੀਂ, ਇਸ ਕਰਕੇ ਸਾਨੂੰ ਆਪਣੀ ਸ਼ਰਨ ਰੱਖ ਲਓ, ਆਪਣੇ ਪਿਆਰਿਆਂ ਦੀ ਸ਼ਰਨ ਵਿੱਚ ਰੱਖ ਲਵੋ, ਅਸੀਂ ਤੁਹਾਡੀ ਸ਼ਰਨ ਆਏ ਹਾਂ। ਇਸ ਪ੍ਰਕਾਰ ਕਰਕੇ ਇਸ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਆਓ ਪਿਆਰ ਨਾਲ ਸ਼ਬਦ ਸਰਵਣ ਕਰੀਏ। ਸਾਰੀ ਹੀ ਸੰਗਤ ਦੋਏ ਕਰ ਜੋੜ ਸਤਿਗੁਰਾਂ ਅੱਗੇ ਸੀਸ ਨੀਵਾ ਕਰਕੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਤਿਤ ਸਰਵੜੈ ਭਈਲੇ ਨਿਵਾਸਾ। ਆਸਾ ਮਹੱਲਾ ਪਹਿਲਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਸਾ ਰਾਗ ਦੇ ਅੰਦਰ ਪਵਿੱਤਰ ਸ਼ਬਦ ਬਚਨ ਕਰ ਰਹੇ ਹਨ। ਜਿਸ ਸਮੇਂ ਸਤਿਗੁਰਾਂ ਨੂੰ ਸਿੱਧਾਂ ਨੇ ਪੁੱਛਿਆ ਸੀ ਕਿ ਸਤਿਗੁਰੂ ਸਾਨੂੰ ਦੱਸਣਾ ਕਰੋ ਕਿ ਉਸ ਪਰਮੇਸ਼ਰ ਨੇ ਇਸ ਸੰਸਾਰ ਨੂੰ ਕਿਸ ਤਰੀਕੇ ਨਾਲ ਬਣਾਇਆ ਹੈ ਅਤੇ ਇਸ ਜੀਵਾਂ ਦੀ ਕੀ ਹਾਲਤ ਹੋ ਰਹੀ ਹੈ ਇਸ ਸੰਸਾਰ ਦੇ ਅੰਦਰ। ਸਤਿਗੁਰਾਂ ਨੇ ਫਰਮਾਉਣਾ ਕੀਤਾ, ਤਿਤ ਸਰਵਰੜੈ ਭਈਲੇ ਨਿਵਾਸਾ। ਇਹ ਜਿਹੜਾ ਸੰਸਾਰ ਸਮੁੰਦਰ ਰੂਪ ਹੈ, ਇਹ ਪਰਮੇਸ਼ਰ ਨੇ ਸਮੁੰਦਰ ਦੀ ਤਰ੍ਹਾਂ ਇਹ ਸੰਸਾਰ ਨੂੰ ਬਣਾਇਆ ਹੈ। ਭਈਲੇ ਨਿਵਾਸਾ, ਤੇ ਉਸ ਸੰਸਾਰ ਸਮੁੰਦਰ ਦੇ ਅੰਦਰ ਸਾਰੇ ਜੀਵਾਂ ਦਾ ਨਿਵਾਸ ਕਰਨਾ ਕੀਤਾ ਹੈ। ਸਾਰੀ ਸ੍ਰਿਸ਼ਟੀ ਸੰਸਾਰ ਸਮੁੰਦਰ ਦੇ ਅੰਦਰ ਪੈਦਾ ਕਰਨਾ ਕੀਤੀ ਹੈ ਉਸ ਪਰਮੇਸ਼ਰ ਨੇ। ਪਾਣੀ ਪਾਵਕ ਤਿਨਹਿ ਕੀਆ। ਅਤੇ ਉਸ ਪਰਮੇਸ਼ਰ ਨੇ ਪਾਣੀ ਅਤੇ ਪਾਵਕ ਭਾਵ ਅੱਗ, ਤਿਨਹਿ ਅਤੇ ਤਿੰਨ ਹੋਰ ਜਿਹੜੇ ਤੱਤ ਹਨ, ਕੀਆ ਭਾਵ ਪੰਜੇ ਤੱਤ ਬਣਾ ਕੇ ਸਿਰਜ ਕੇ ਤੇ ਇਸ ਸ੍ਰਿਸ਼ਟੀ ਨੂੰ ਪਰਮੇਸ਼ਰ ਨੇ ਇਸ ਤਰੀਕੇ ਨਾਲ ਬਣਾਉਣਾ ਕੀਤਾ।
ਸਿੱਧਾ ਨੇ ਅੱਗੇ ਪ੍ਰਸ਼ਨ ਕੀਤਾ ਕਿ ਇਹ ਸ੍ਰਿਸ਼ਟੀ ਪਰਮੇਸ਼ਰ ਨੇ ਬਣਾਈ ਹੈ, ਇਸ ਦੇ ਅੰਦਰ ਜੀਵਾਂ ਦੀ ਹਾਲਤ ਕੀ ਹੋ ਰਹੀ ਹੈ। ਸਤਿਗੁਰਾਂ ਨੇ ਬਚਨ ਕੀਤਾ, ਪਾਣੀ ਪਾਵਕ ਤਿਨਹਿ ਕੀਆ, ਕਿ ਜਿਹੜੇ ਪਾਣੀ ਵਰਗੇ ਜਿਹੜੇ ਸ਼ਾਂਤੀ ਦੇਣ ਵਾਲੇ ਜੋ ਪਦਾਰਥ ਸਨ ਇਸ ਸੰਸਾਰ ਦੇ ਅੰਦਰ, ਜਿਹੜੇ ਪਰ ਉਪਕਾਰ ਕਰਕੇ ਪਦਾਰਥਾਂ ਨਾਲ ਉਹਨਾਂ ਨੇ ਸ਼ਾਂਤੀ ਦੇਣੀ ਸੀ ਹਿਰਦੇ ਨੂੰ, ਜਿਹੜੇ ਪਦਾਰਥਾਂ ਨੂੰ ਭੋਗ ਕੇ ਇਸ ਸਰੀਰ ਨੂੰ ਚੱਲਦਾ ਰੱਖ ਕੇ ਤੇ ਪਰਮੇਸ਼ਰ ਦੀ ਬੰਦਗੀ ਕਰਨੀ ਸੀ, ਪਰ ਜਿਹੜੇ ਸੰਸਾਰੀ ਜੀਵ ਉਹਨਾਂ ਨੇ ਪਾਵਕ ਤਿਨਹਿ ਕੀਆ, ਕਿ ਐਸੇ ਠੰਡਕ ਦੇਣ ਵਾਲੇ ਪਦਾਰਥਾਂ ਨੂੰ ਉਹਨਾਂ ਨੇ ਅੱਗ ਵਰਗੇ ਬਣਾ ਲਿਆ। ਸਾੜਦੇ ਹਨ ਜਿਹੜੇ ਜੀਵਾਂ ਦੇ ਹਿਰਦਿਆਂ ਨੂੰ, ਇਸ ਤਰੀਕੇ ਨਾਲ ਸ਼ਰਾਬਾਂ ਪੀ ਲਈਆਂ, ਚੋਰੀਆਂ ਯਾਰੀਆਂ ਕਰ ਲਈਆਂ, ਗੰਦੇ ਸਿਨੇਮੇ ਬਦ ਫੈਲੀਆਂ ਵਿੱਚ ਵਰਤ ਕੇ ਇਉਂ ਉਹਨਾਂ ਨੇ ਜਿਹੜੇ ਪਦਾਰਥ ਸਨ ਉਹ ਭੋਗ ਕੇ ਤੇ ਉਹਨਾਂ ਦੇ ਵਿੱਚੋਂ ਫਿਰ ਅੱਗ ਵਰਗਾ ਉਹਨਾਂ ਦਾ ਸੁਭਾਅ ਪੈਦਾ ਹੋਇਆ। ਜਿਨ੍ਹਾਂ ਪਦਾਰਥਾਂ ਤੋਂ ਸੁੱਖ ਮਿਲਣਾ ਸੀਗਾ, ਇਸ ਪ੍ਰਕਾਰ ਦੇ ਨਾਲ ਉਹ ਪਾਵਕ ਤਿਨਹਿ ਕੀਆ, ਐਸੇ ਸੰਸਾਰੀ ਜੀਵਾਂ ਨੇ ਉਹਨਾਂ ਦੇ ਵਿੱਚ ਹੀ ਫਸ ਕੇ ਕਿ ਮੈਂ ਹੋਰ ਪਦਾਰਥ ਇਕੱਠਾ ਕਰ ਲਵਾਂ, ਮੈਂ ਹੋਰ ਜੋੜ ਲਵਾਂ, ਇਸ ਤਰੀਕੇ ਨਾਲ ਤ੍ਰਿਸ਼ਨਾ ਨੂੰ ਆਪਦੀ ਨੂੰ ਤ੍ਰਿਸ਼ਨਾ ਦੀ ਅੱਗ ਨੂੰ ਵਧਾ ਕਰਕੇ ਤੇ ਇਸ ਤਰੀਕੇ ਦੇ ਨਾਲ ਜਿਹੜੇ ਪਦਾਰਥ ਸਨ ਜਿਨ੍ਹਾਂ ਨੇ ਸੁੱਖ ਦੇਣਾ ਸੀ ਉਸ ਨੂੰ ਇਸ ਜੀਵ ਨੇ ਅੱਗ ਵਰਗੇ ਪਾਵਕ ਤਿਨਹਿ ਕੀਆ। ਇਸ ਪ੍ਰਕਾਰ ਨਾਲ ਸਤਿਗੁਰੂ ਬਚਨ ਕਰਦੇ ਹਨ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁੱਜੀ ਹੈ। ਐਸਾ ਜੋ ਮਨ ਸੰਸਾਰੀ ਜੀਵ ਦਾ ਬਣ ਚੁੱਕਿਆ ਹੈ, ਤ੍ਰਿਸ਼ਨਾ ਜਿਹੜੀ ਹੈ ਉਸ ਦੀ ਬੁੱਝ ਹੀ ਨਹੀਂ ਰਹੀ, ਤ੍ਰਿਸ਼ਨਾ ਦੀ ਅੱਗ। ਕਰੋੜਾਂ ਹੀ ਉਸਨੇ ਜੋੜ ਲਏ, ਲੱਖਾਂ ਕਰੋੜਾਂ ਹੀ ਉਸਨੇ ਮਾਇਆ ਇਕੱਠੀ ਕਰ ਲਈ, ਮਨ ਨਾ ਹੋਰੇ, ਪਰ ਮਨ ਉਹਦਾ ਨਹੀਂ ਭਰਿਆ, ਮਨ ਇਸ ਵੱਲੋਂ ਹਟਿਆ ਨਹੀਂ। ਪਰੈ ਪਰੈ ਹੀ ਕੋ ਲੁੱਜੀ ਹੈ, ਹੋਰ ਕਹਿੰਦਾ ਹੈ ਮੈਂ ਹੋਰ ਇਕੱਠੀ ਕਰ ਲਵਾਂ, ਹੋਰ ਇਸ ਦੇ ਅੰਦਰ ਵਿਚਰਦਾ ਜਾ ਰਿਹਾ ਹੈ, ਫਸਦਾ ਜਾ ਰਿਹਾ ਹੈ। ਇਸ ਤਰੀਕੇ ਨਾਲ ਜਿਹੜਾ ਇਹ ਸੰਸਾਰੀ ਜੀਵ, ਇਸ ਨੇ ਪਾਣੀ ਵਰਗੇ ਠੰਡੇ ਸੁਭਾਅ ਵਾਲੇ ਜਿਹੜੇ ਪਦਾਰਥ ਸੁੱਖ ਦੇਣ ਵਾਲੇ ਸਨ, ਇਸ ਨੇ ਪਾਵਕ ਤਿਨਹਿ ਕੀਆ, ਇਸ ਜੀਵ ਨੇ ਉਹਨਾਂ ਨੂੰ ਅੱਗ ਵਰਗੇ ਸਾੜਨ ਵਾਲੇ ਜਿਹੜੇ ਹਿਰਦੇ ਨੂੰ ਸਾੜ ਦਿੰਦੇ ਹਨ, ਉਸ ਦੇ ਇਸ ਪ੍ਰਕਾਰ ਉਹ ਦੁੱਖ ਪਾ ਰਿਹਾ ਹੈ। ਪੰਕਜ ਮੋਹ ਪਗ ਨਹੀਂ ਚਾਲੈ, ਪੰਕ ਜੋ ਮੋਹ ਪਗ ਨਹੀਂ ਚਾਲੈ, ਕਿ ਪੰਕ ਭਾਵ ਚਿੱਕੜ, ਮੋਹ ਦਾ ਚਿੱਕੜ। ਇਸ ਪ੍ਰਕਾਰ ਨਾਲ ਪੰਕ ਜੋ ਮੋਹ ਭਾਵ ਮੋਹ ਦਾ ਚਿੱਕੜ, ਜਿਹੜਾ ਇਸ ਮਾਇਆ ਦਾ ਮੋਹ, ਇਸ ਸੰਸਾਰ ਦਾ ਮੋਹ, ਜਿਹੜਾ ਮੋਹ ਦਾ ਚਿੱਕੜ ਹੈ, ਪੱਗ ਨਹੀਂ ਚਾਲੈ, ਉਸ ਦੇ ਵਿੱਚ ਇਸ ਜੀਵ ਦੇ ਪੈਰ ਜਿਹੜੇ ਫਸ ਗਏ ਹਨ, ਜਿਹੜੇ ਪੱਗ ਪੈਰ ਨਹੀਂ ਚਾਲੈ, ਹੁਣ ਉਹ ਚੱਲ ਨਹੀਂ ਰਹੇ, ਐਸੇ ਬੁਰੇ ਤਰੀਕੇ ਨਾਲ ਫਸ ਗਿਆ ਹੈ ਇਹ ਜੀਵ। ਧੀਆਂ ਪੁੱਤਰਾਂ ਦੇ ਮੋਹ ਦੇ ਵਿੱਚ ਫਸ ਗਿਆ ਹੈ, ਆਪਣੇ ਘਰ ਦੇ ਮੋਹ ਦੇ ਵਿੱਚ, ਸੰਸਾਰ ਦੇ ਮੋਹ ਦੇ ਵਿੱਚ ਐਸਾ ਫਸਿਆ ਹੈ ਕਿ ਇਸ ਦੇ ਚਰਨ ਸਾਧ ਸੰਗਤ ਵੱਲ ਚੱਲ ਕੇ ਨਹੀਂ ਜਾਂਦੇ। ਉਹ ਮੋਹ ਦਾ ਚਿੱਕੜ ਹੀ ਐਸਾ ਸੰਘਣਾ ਕਿ ਉਹਨੂੰ ਚੱਲ ਕੇ ਆਉਣ ਹੀ ਨਹੀਂ ਦਿੰਦਾ, ਸਾਧ ਸੰਗਤ ਦੇ ਵਿੱਚ ਸਵੇਰੇ ਆਉਣ ਨਹੀਂ ਦਿੰਦਾ, ਸੰਧਿਆ ਵੇਲੇ ਸਤਿਗੁਰਾਂ ਵਾਸਤੇ ਕੋਈ 10 ਮਿੰਟ ਸਿਮਰਨ ਵਾਸਤੇ ਨਹੀਂ, ਐਸਾ ਜਿਹੜਾ ਮੋਹ ਦਾ ਚਿੱਕੜ ਹੈ ਉਹ ਕੱਢਣ ਹੀ ਨਹੀਂ ਦਿੰਦਾ। ਇਸ ਤਰੀਕੇ ਨਾਲ ਜੋ ਜੀਵ ਇਸ ਚਿੱਕੜ ਵਿੱਚ ਫਸਿਆ ਹੋਇਆ ਹੈ, ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ, ਹਰ ਬਾਹ ਪ੍ਰਭੂ ਪਕਰਾਏ ਜੀਓ, ਕਿ ਸਤਿਗੁਰਾਂ ਅੱਗੇ ਇਸ ਪ੍ਰਕਾਰ ਨਾਲ ਬੇਨਤੀ ਕਰੀਏ ਕਿ ਸਤਿਗੁਰੂ ਸਾਨੂੰ ਬਾਹ ਫੜ ਕੇ ਤੁਸੀਂ ਆਪ ਕੱਢ ਲਓ ਇਸ ਚਿੱਕੜ ਚੋਂ, ਸਾਡੇ ਕੋਲੋਂ ਨਹੀਂ ਨਿਕਲਿਆ ਜਾਂਦਾ, ਤੁਸੀਂ ਸਾਨੂੰ ਬਾਹ ਫੜ ਕੇ ਸਤ ਸੰਗਤ ਵਿੱਚ ਲਿਆਉਣਾ ਕਰੋ। ਹਮ ਦੇਖਾ ਤਹਿ ਡੂਬੀ ਅਲੇ, ਸਤਿਗੁਰੂ ਫਰਮਾਉਂਦੇ ਹਨ, ਹਮ ਦੇਖਾ, ਅਸੀਂ ਦੇਖ ਰਹੇ ਹਾਂ, ਸਾਡੇ ਦੇਖਦਿਆਂ ਤਹਿ ਡੂਬੀਏ ਲੇ, ਉਹ ਫਿਰ ਇਸ ਤਰੀਕੇ ਨਾਲ ਉਹ ਡੁੱਬ ਰਹੇ ਹਨ ਉਸ ਚਿੱਕੜ ਦੇ ਅੰਦਰ, ਮੋਹ ਦੇ ਚਿੱਕੜ ਵਿੱਚ, ਉਹਨਾਂ ਦਾ ਵਸ ਨਹੀਂ ਚੱਲ ਰਿਹਾ, ਉਹ ਗੋਤੇ ਖਾ ਰਹੇ ਹਨ। ਐਸੇ ਸੰਸਾਰ ਦੇ ਜੀਵਾਂ ਦੀ ਹਾਲਤ ਹੋ ਰਹੀ ਹੈ। ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ, ਅਤ ਤੀਖਣ ਮੋਹ ਕੀ ਫਾਸ, ਜਿਹੜੀ ਮੋਹ ਦੀ ਫਾਈ ਹੈ ਨਾ, ਬੜੀ ਤੀਖਣ, ਬੜੀ ਤੇਜ਼ ਹੈ, ਜਿਹੜਾ ਮੋਹ ਦਾ ਚਿੱਕੜ ਬੜਾ ਸੰਘਣਾ ਹੈ, ਉਹ ਨਿਕਲਣ ਹੀ ਨਹੀਂ ਦਿੰਦਾ ਜੀਵ ਨੂੰ। ਇਸ ਪ੍ਰਕਾਰ ਇਸ ਦੇ ਵਿੱਚ ਗੋਤੇ ਖਾ ਰਿਹਾ ਹੈ। ਪੰਕਜ ਮੋਹ ਨਿਗਰਤ ਹੈ ਪ੍ਰਾਣੀ, ਗੁਰ ਨਿਗਰਤ ਕਾਢ ਕਢਾਵੈ ਗੋ, ਕਿ ਪਰਮੇਸ਼ਰ ਹੀ ਉਸ ਨੂੰ ਇਸ ਚੋਂ ਕੱਢ ਸਕਦਾ ਹੈ। ਹੁਣ ਇਸ ਪ੍ਰਕਾਰ ਨਾਲ ਅੱਗੇ ਬੇਨਤੀ ਕਰ ਰਹੇ ਹਨ, ਮਨ ਏਕ ਨਾ ਚਿੱਤ ਸਮੂੜ ਮਨਾ, ਜੋ ਸਾਨੂੰ ਇਸ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਇਸ ਪ੍ਰਕਾਰ ਬੇਨਤੀ ਕਰਨੀ ਹੈ ਸਤਿਗੁਰਾਂ ਅੱਗੇ, ਮਨ ਏਕ ਨਾ ਚੇਤ ਸਮੂੜ ਮਨਾ,
ਸਤਿਗੁਰੂ ਵੀ ਸਾਡੇ ਮਨ ਨੂੰ ਕਹਿ ਰਹੇ ਹਨ, ਆਪਾਂ ਵੀ ਆਪਦੇ ਮਨ ਨੂੰ ਕਹਿਣਾ ਹੈ, ਮਨ ਏਕ ਨਾ ਚੇਤਸ ਮੂੜ ਮਨਾ। ਤੂੰ ਏਕ ਪਰਮੇਸ਼ਰ ਨੂੰ ਨਾ ਚੇਤਸ ਚੇਤੇ ਨਹੀਂ ਕਰਦਾ, ਮੂੜ ਮਨਾ ਐਸਾ ਤੂੰ ਮੂਰਖ ਬਣਿਆ ਹੋਇਆ ਹੈ, ਐਸਾ ਤੂੰ ਸਤਿਗੁਰਾਂ ਵੱਲੋਂ ਬੇਸਮਝ ਬਣਿਆ ਹੋਇਆ ਹੈ। ਤੂੰ ਉਹ ਸਤਿਗੁਰਾਂ ਨੂੰ ਚੇਤੇ ਨਹੀਂ ਕਰਦਾ। 10 ਮਿੰਟ ਸਤਿਗੁਰਾਂ ਵਾਸਤੇ ਨਹੀਂ ਤੇਰੇ ਕੋਲ ਸਵੇਰ ਵੇਲੇ ਕੱਢ ਹੁੰਦੇ ਸਿਮਰਨ ਕਰਨ ਵਾਸਤੇ ਜਾਂ ਸਤ ਸੰਗਤ ਵਿੱਚ ਆਣ ਕਰਕੇ ਕਥਾ ਵਿਚਾਰ ਨਿਤਨੇਮ ਸੁਣਨ ਵਾਸਤੇ। ਐਸਾ ਤੂੰ ਮੂਰਖ ਬਣਿਆ ਹੋਇਆ ਹੈ ਇਸ ਮੋਹ ਦੇ ਅੰਦਰ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਹਰ ਬਿਸਰਤ, ਤੇ ਜੇ ਤੂੰ ਪਰਮਾਤਮਾ ਨੂੰ ਵਿਸਰਿਆ ਹੋਇਆ ਹੈ ਨਾ, ਪਰਮਾਤਮਾ ਨੂੰ ਵਿਸਾਰਿਆ ਹੋਇਆ ਹੈ, ਹਰ ਬਿਸਰਤ ਤੇਰੇ ਗੁਣ ਗਲਿਆ। ਜਿਹੜੇ ਤੇਰੇ ਸਤ ਸੰਤੋਖ ਦਇਆ ਧਰਮ ਆਦਿਕ ਜਿਹੜੇ ਤੇਰੇ ਅੰਦਰ ਗੁਣ ਹਨ ਨਾ, ਗਲਿਆ, ਉਹ ਗਲ ਜਾਣਗੇ ਜੇ ਤੂੰ ਪਰਮੇਸ਼ਰ ਨੂੰ ਵਿਸਾਰ ਦੇਵੇਂਗਾ। ਇਸ ਪ੍ਰਕਾਰ ਨਾਲ ਜੇ ਤੂੰ ਵਿਸਾਰਿਆ ਹੋਇਆ ਹੈ ਨਾ, ਤੇ ਉਹ ਤੇਰੇ ਗਲ ਗਏ ਹਨ। ਜਿਹੜੇ ਤੇਰੇ ਸਤ ਸੰਤੋਖ ਦਇਆ ਧਰਮ ਰੂਪੀ ਜਿਹੜੇ ਗੁਣ ਸੀ ਤੇਰੇ, ਉਹ ਗਲ ਗਏ ਹਨ। ਇਸ ਪ੍ਰਕਾਰ ਜੇ ਵਿਸਾਰੂੰਗਾ ਤਾਂ ਗਲ ਜਾਣਗੇ ਜਿਹੜੇ ਤੇਰੇ ਅੰਦਰ ਗੁਣ ਹਨ। ਇਸ ਪ੍ਰਕਾਰ ਨਾਲ ਸਤਿਗੁਰੂ ਫਰਮਾਉਂਦੇ ਹਨ, ਫੇ ਪਰ ਦਿਓ ਜੀ। ਤਿਤ ਸਰਵੜੈ ਭਈਲੇ ਨਿਵਾਸਾ। ਸਤਿਗੁਰੂ ਬਖਸ਼ਿਸ਼ ਕਰਕੇ ਫਰਮਾ ਰਹੇ ਹਨ ਕਿ ਜਿਹੜੇ ਸਤ ਸੰਗੀ ਜੀਵ ਹਨ, ਜਿਹੜੇ ਸਤ ਸੰਗਤ ਵਿੱਚ ਆਣ ਕਰਕੇ ਤਿਤ ਸਰਵਰੜੈ, ਜਿਹੜਾ ਉਹ ਪਰਮੇਸ਼ਰ ਸਰੋਵਰ ਹੈ ਨਾ, ਜਿਸ ਤਰੀਕੇ ਨਾਲ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ। ਪਰਮੇਸ਼ਰ ਤੂੰ ਦਰਿਆ ਦੀ ਨਿਆਈ, ਜਿਹੜਾ ਉਹ ਪਰਮੇਸ਼ਰ ਦਰਿਆ ਸਰੋਵਰ ਦੀ ਨਿਆਈ ਹੈ। ਤਿਤ ਸਰਵਰੜੈ ਭਈਲੇ ਨਿਵਾਸਾ, ਜਿਹੜੇ ਉਸ ਦਰਿਆ ਪਰਮੇਸ਼ਰ ਜਿਹੜਾ ਸਰੋਵਰ ਹੈ ਉਸ ਦੇ ਅੰਦਰ ਉਹਨਾਂ ਨੇ ਨਿਵਾਸ ਕਰ ਲਿਆ। ਜਿਹੜੇ ਜੀਵਾਂ ਨੇ ਜਿਸ ਤਰੀਕੇ ਨਾਲ ਸਤ ਸੰਗਤ ਵਿੱਚ ਆਣ ਕਰਕੇ ਜਿਹੜੇ ਵਸ ਗਏ, ਤਿਤ ਸਰਵਰੜੈ ਸਤ ਸੰਗਤ ਰੂਪੀ ਸਰੋਵਰ ਅੰਦਰ ਤੇ ਪਰਮੇਸ਼ਰ ਰੂਪ ਸਰੋਵਰ ਅੰਦਰ ਭਈਲੇ ਨਿਵਾਸਾ, ਜਿਹੜੇ ਆਣ ਕੇ ਇੱਥੇ ਵਸ ਰਹੇ ਹਨ, ਸਤ ਸੰਗਤ ਵਿੱਚ ਆਉਂਦੇ ਹਨ, ਜਿਨ੍ਹਾਂ ਨੇ ਆਪਦੇ ਮਨ ਨੂੰ ਪਰਮੇਸ਼ਰ ਸਮੁੰਦਰ ਦੇ ਅੰਦਰ ਸਮਾ ਲਿਆ ਹੈ, ਆਪਦਾ ਚਿੱਤ ਜਿਹੜਾ ਸਤਿਗੁਰਾਂ ਦੇ ਨਾਲ ਲਗਾ ਲਿਆ ਹੈ, ਜਿਨ੍ਹਾਂ ਨੇ ਪਾਣੀ ਪਾਵਕ ਤਿਨਹਿ ਕੀਆ। ਜਿਨ੍ਹਾਂ ਨੇ ਇਸ ਪਰਮੇਸ਼ਰ ਸਮੁੰਦਰ ਦੇ ਅੰਦਰ ਆਣ ਕੇ ਵਸ ਗਏ, ਚਿੱਤ ਲਗਾ ਲਿਆ, ਫਿਰ ਉਹਨਾਂ ਨੇ ਕੀ ਕੀਤਾ ਜੀ? ਪਾਣੀ ਪਾਵਕ ਤਿਨਹਿ ਕੀਆ, ਕਿ ਜਿਹੜੀ ਤ੍ਰਿਸ਼ਨਾ ਦੀ ਅੱਗ, ਮਾਇਆ ਦੀ ਅੱਗ ਸੀ ਨਾ, ਪਾਣੀ, ਉਹਨਾਂ ਨੇ ਪਾਣੀ ਦੇ ਵਾਂਗ ਠੰਡੀ ਕਰ ਲਈ ਉਹ ਮਾਇਆ। ਹੁਣ ਉਹ ਜਿਹੜੀ ਤ੍ਰਿਸ਼ਨਾ ਹੈ ਉਹਨਾਂ ਨੂੰ ਦੁੱਖ ਨਹੀਂ ਦਿੰਦੀ, ਜਿਹੜੀ ਮਾਇਆ ਹੈ ਉਹਨਾਂ ਨੂੰ ਆਪਦੇ ਵਿੱਚ ਲਪੇਟ ਕੇ ਨਹੀਂ ਰੱਖਦੀ, ਕਿਉਂਕਿ ਮਾਇਆ ਦਾ ਸੁਭਾਅ ਹੈ ਨਾ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਿ ਇਸ ਮਾਇਆ ਅਜਿਹਾ ਕਾਰਜ ਕਰਦੀ ਹੈ ਕਿ ਪਰਮੇਸ਼ਰ ਵਿਸਾਰ ਦਿੰਦੀ ਹੈ, ਜੀਵ ਨੂੰ ਮੋਹ ਪੈਦਾ ਕਰਦੀ ਹੈ ਅਤੇ ਪਰਮੇਸ਼ਰ ਤੋਂ ਦੂਸਰੇ ਪਾਸੇ ਭਾਉ ਦੂਜੇ ਪਾਸੇ ਲਗਾ ਦਿੰਦੀ ਹੈ ਜੀਵ ਨੂੰ। ਤੇ ਇਹ ਜਿਹੜੀ ਪਾਵਕ ਹੈ ਨਾ, ਮਾਇਆ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਐਸੇ ਫਿਰ ਜੀਵਾਂ ਨੇ ਜਿਹੜੇ ਸਤ ਸੰਗਤ ਵਿੱਚ ਆਣ ਗਏ, ਜਿਹੜੇ ਪਰਮੇਸ਼ਰ ਨਾਲ ਮਿਲ ਪਏ, ਫਿਰ ਉਹਨਾਂ ਨੇ ਪਾਣੀ ਦੀ ਤਰ੍ਹਾਂ ਠੰਡੀ ਕਰ ਲਈ। ਭਾਵ ਕਿ ਹੁਣ ਉਹਨਾਂ ਨੂੰ ਮਾਇਆ ਜਿਹੜੀ ਉਹ ਅੱਗ ਵਾਂਗੂ ਤਪਾਉਂਦੀ ਨਹੀਂ। ਕਬੀਰ ਸਾਹਿਬ ਫਰਮਾਉਂਦੇ ਹਨ, ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ, ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ, ਕਿ ਜਿਹੜੀ ਜਵਾਲਾ ਨੇ, ਅੱਗ, ਤ੍ਰਿਸ਼ਨਾ ਦੀ ਅੱਗ ਨੇ ਸਾਰੇ ਸੰਸਾਰ ਨੂੰ ਜਲਾ ਦਿੱਤਾ। ਐਸੇ ਜੀਵਾਂ ਨੇ ਜਿਨ੍ਹਾਂ ਨੇ ਜਿਹੜੇ ਪਦਾਰਥਾਂ ਨੂੰ ਤ੍ਰਿਸ਼ਨਾ ਬਣਾ ਲਿਆ, ਅੱਗ ਬਣਾ ਲਿਆ, ਪਰ ਜਿਹੜੇ ਸਤ ਸੰਗੀ ਸਨ ਉਹਨਾਂ ਨੇ ਤ੍ਰਿਸ਼ਨਾ ਦੀ ਅੱਗ ਨੂੰ ਵੀ ਪਾਣੀ ਵਰਗਾ ਸੁਭਾਅ ਉਹਦਾ ਕਰ ਦਿੱਤਾ। ਮਨ ਉਹਨਾਂ ਦਾ ਸੀਤਲ ਪਾਇਆ ਕਿਉਂਕਿ ਉਹਨਾਂ ਨੇ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ। ਇਸ ਤਰੀਕੇ ਨਾਲ ਜਿਹੜੀ ਮਾਇਆ ਰੂਪੀ ਅੱਗ ਨੇ ਸਾਰੀ ਦੁਨੀਆ ਨੂੰ ਤ੍ਰਿਸ਼ਨਾ ਦੀ ਤੇ ਈਰਖਾ ਦੇ ਸੇਕ ਨਾਲ ਸਾੜਿਆ ਹੋਇਆ ਸੀ। ਉਹ ਜਨਾਂ ਨੇ ਜਿਹੜੇ ਸਤ ਸੰਗਤ ਵਿੱਚ ਆਏ, ਫਿਰ ਪਾਣੀ ਵਾਂਗ ਉਸ ਨੂੰ ਆਪਦਾ ਸੇਵਕ ਬਣਾ ਲਿਆ ਮਾਇਆ ਨੂੰ। ਜਿਸ ਪ੍ਰਕਾਰ ਨਾਲ ਫਰਮਾਉਂਦੇ ਹਨ ਸਤਿਗੁਰੂ, ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ, ਕਿ ਉਹ ਫਿਰ ਮਾਇਆ ਸਤਿਗੁਰਾਂ ਦੇ ਜਿਹੜੇ ਸੇਵਕ ਬਣ ਜਾਂਦੇ ਹਨ, ਸਤਿਗੁਰੂ ਸਰੋਵਰ ਵਿੱਚ ਸਮਾ ਜਾਂਦੇ ਹਨ, ਫਿਰ ਉਹਨਾਂ ਦੀ ਸੇਵਕੀ ਬਣ ਕੇ, ਦਾਸੀ ਬਣ ਕੇ ਫਿਰ ਉਹਨਾਂ ਅੱਗੇ ਹੱਥ ਜੋੜ ਕੇ ਖੜ ਜਾਂਦੀ ਹੈ। ਉਹ ਫਿਰ ਉਹਨਾਂ ਨੂੰ ਪਰਮੇਸ਼ਰ ਤੋਂ ਭੁਲਾਉਂਦੀ ਨਹੀਂ, ਦੂਜੇ ਭਾਵ ਵਿੱਚ ਨਹੀਂ ਲਾਉਂਦੀ, ਮੋਹ ਨਹੀਂ ਪੈਦਾ ਕਰਦੀ। ਐਸੀ ਮਾਇਆ ਦੀ ਹਾਲਤ ਉਹ ਜਿਹੜੇ ਸਤਸੰਗੀ ਜੀਵ ਕਰ ਦਿੰਦੇ ਹਨ, ਉਸ ਨੂੰ ਪਾਣੀ ਵਰਗੀ ਠੰਡੀ ਕਰ ਦਿੰਦੇ ਹਨ। ਪੰਕਜ ਮੋਹ ਪਗ ਨਹੀਂ ਚਾਲੈ। ਫਿਰ ਐਸੇ ਜਿਹੜੇ ਸਤਸੰਗੀ ਸੱਜਣ ਹਨ ਨਾ, ਪੰਕਜ ਮੋਹ,
ਜਿਹੜਾ ਸਤਿਗੁਰਾਂ ਦਾ ਮੋਹ ਹੈ, ਪਰਮੇਸ਼ਰ ਨਾਲ ਉਹ ਐਸਾ ਮੋਹ ਬਣਾ ਪਾਉਂਦੇ ਹਨ, ਐਸੇ ਪਰਮੇਸ਼ਰ ਦੇ ਮੋਹ ਵਿੱਚ ਰਚ ਜਾਂਦੇ ਹਨ, ਪੱਗ ਨਹੀਂ ਚੱਲੈ। ਉਹਨਾਂ ਦਾ ਫਿਰ ਜਿਹੜਾ ਪੈਰ ਹੈ ਨਾ, ਜਿਹੜਾ ਮਨ ਹੈ, ਸੰਕਲਪ ਵਿਕਲਪ ਰੂਪੀ ਚੱਲਦਾ ਨਹੀਂ। ਉਹ ਪਰਮੇਸ਼ਰ ਦੇ ਸਤਿਗੁਰਾਂ ਦੇ ਮੋਹ ਦੇ ਵਿੱਚ ਇੰਨੇ ਫਸ ਜਾਂਦੇ ਕਿ ਉਹਨਾਂ ਦਾ ਮਨ ਠਹਿਰਾਅ ਵਿੱਚ ਆ ਜਾਂਦਾ ਹੈ। ਸਿਮਰਨ ਕਰਦਿਆਂ ਜਾਂ ਦੁਨੀਆ ਵਿੱਚ ਵਿਚਰਦਿਆਂ ਉਹ ਫਿਰ ਸੰਕਲਪ ਵਿਕਲਪ, ਬੁਰੇ ਖਿਆਲ, ਵਿਸ਼ੇ ਵਿਕਾਰਾਂ ਦੇ ਖਿਆਲਾਂ ਵੱਲ ਨਹੀਂ ਚੱਲਦਾ, ਭੱਜਦਾ ਨਹੀਂ, ਪੱਗ ਨਹੀਂ ਚੱਲੈ। ਉਹਨਾਂ ਦਾ ਜਿਹੜਾ ਮਨ ਪੱਗ ਉਹ ਟਿਕ ਜਾਂਦਾ ਹੈ ਸਤਿਗੁਰਾਂ ਦੇ ਮੋਹ ਦੇ ਕਰਕੇ। ਐਸੇ ਸਤਿਗੁਰਾਂ ਨਾਲ ਉਹ ਮੋਹ ਪਾਉਂਦੇ ਹਨ। ਇਸ ਪ੍ਰਕਾਰ ਨਾਲ ਪੱਗ ਨਹੀਂ ਚੱਲੈ, ਉਹ ਫਿਰ ਜਿਹੜਾ ਮੋਹ ਦਾ ਚਿੱਕੜ ਹੈ ਉਸ ਦੇ ਵਿੱਚ ਫਸਦੇ ਨਹੀਂ। ਜਿਸ ਪ੍ਰਕਾਰ ਨਾਲ ਸੰਸਾਰੀ ਜੀਵ ਪੱਗ ਵਿੱਚ, ਚਿੱਕੜ ਵਿੱਚ ਫਸੇ ਹੋਏ ਹਨ, ਉਹ ਫਿਰ ਸਤਿ ਬੇਤੇ ਜਿਹੜੇ ਸਤਸੰਗਤੀ ਜੀਵ ਹਨ, ਸਤਸੰਗੀ ਹਨ, ਉਹ ਫਿਰ ਇਹ ਮੋਹ 'ਚੋਂ ਬਚ ਜਾਂਦੇ ਹਨ। ਇਸ ਪ੍ਰਕਾਰ ਨਾਲ ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ ਮੰਝ ਮੁਹੱਬਤ ਤੇਰੀ, ਕਿ ਉਹ ਵਿਰਾਗ ਰੂਪੀ ਕਿਨਾਰੇ ਤੇ ਖੜੇ ਰਹਿੰਦੇ ਹਨ ਤੇ ਉਹ ਮੋਹ ਦੇ ਫਿਰ ਚਿੱਕੜ ਵਿੱਚ ਫਸਦੇ ਨਹੀਂ। ਐਸੀ ਸਤਿਗੁਰਾਂ ਦੀ ਉਹਨਾਂ ਤੇ ਬਖਸ਼ਿਸ਼ ਹੋ ਜਾਂਦੀ ਹੈ। ਮਨ ਏਕ ਨ ਚੇਤਿਸ ਮੂੜ ਮਨਾ, ਮਨ ਏਕ ਨਾ ਚੇਤਸ। ਫਿਰ ਐਸੇ ਜਿਹੜੇ ਤੱਤ ਬੇਤੇ ਹਨ ਨਾ, ਜਿਹੜੇ ਏਕ ਨਾ ਚੇਤਸ, ਜਿਹੜੇ ਇੱਕ ਪ੍ਰਭੂ ਨੂੰ ਚੇਤੇ ਕਰਦੇ ਆ, ਏਕ ਨੂੰ ਚੇਤਸ, ਇਸ ਤਰੀਕੇ ਨਾਲ ਇਹਦੇ ਅਰਥ ਲੈਣੇ ਹਨ। ਜਿਹੜੇ ਉਸ ਇੱਕ ਪਰਮੇਸ਼ਰ ਨੂੰ ਮਨ ਕਰਕੇ ਚੇਤੇ ਕਰਦੇ ਆ। ਮੂੜ ਮਨਾ, ਉਹ ਫਿਰ ਮੂੜਾ ਭਾਵ ਸਿੰਘਾਸਣ ਦੀ ਨਿਆਈ, ਸਿੰਘਾਸਣ ਦੀ ਤਰ੍ਹਾਂ ਉਹ ਸਥਿਰ ਹੋ ਜਾਂਦੇ ਹਨ। ਉਹਨਾਂ ਦੇ ਮਨ ਉਹ ਡੋਲਦੇ ਨਹੀਂ, ਸਿੰਘਾਸਣ ਉੱਤੇ ਬਿਰਾਜਮਾਨ ਹੋ ਜਾਂਦੇ ਹਨ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ। ਜਿਹੜੇ ਏਕ ਨਾ ਚੇਤਸ, ਜਿਹੜੇ ਇੱਕ ਪਰਮੇਸ਼ਰ ਨੂੰ ਚੇਤੇ ਕਰਦੇ ਹਨ, ਐਸੀ ਉਹਨਾਂ ਤੇ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ, ਹਰ ਬਿਸਰਤ, ਜਿਹੜੇ ਹਰੀ ਪਰਮੇਸ਼ਰ ਦੇ ਵਿੱਚ ਰੱਤੇ ਗਏ, ਉਹਨਾਂ ਦਾ ਜਿਹੜਾ ਬਿਸ ਭਾਵ ਜ਼ਹਿਰ, ਜ਼ਹਿਰ ਦੀ ਨਿਆਈ ਜਿਹੜੇ ਗੁਣ ਭਾਵ ਵਿਸ਼ੇ ਵਿਕਾਰ ਹਨ, ਉਹ ਗਲਿਆ, ਉਹਨਾਂ ਦੇ ਗਲ ਗਏ। ਜਿਹੜੇ ਸਤਿਗੁਰਾਂ ਦੇ ਬਿਸਰਤ, ਜਿਹੜੇ ਸਤਿਗੁਰਾਂ ਦੇ ਰੱਤੇ ਗਏ, ਸਤਿਗੁਰਾਂ ਦੇ ਅੰਦਰ, ਸਤਿਗੁਰਾਂ ਦੇ ਨਾਮ ਵਿੱਚ ਜਿਹੜੇ ਰੱਤੇ ਗਏ, ਉਹਨਾਂ ਦੇ ਜਿਹੜੇ ਬਿਸ ਭਾਵ ਜ਼ਹਿਰ ਦੀ ਨਿਆਈ ਜਿਹੜੇ ਵਿਸ਼ੇ ਵਿਕਾਰ ਸਨ, ਉਹ ਸਾਰੇ ਹੀ ਗਲ ਗਏ। ਇਸ ਪ੍ਰਕਾਰ ਨਾਲ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਹੇ ਜੀਵ, ਜੇਕਰ ਤੂੰ ਪ੍ਰਭੂ ਨੂੰ ਵਿਸਾਰ ਦੇਵੇਂਗਾ, ਹਰ ਬਿਸਰਤ ਤੇਰੇ ਗੁਣ ਗਲਿਆ, ਜਿਹੜੇ ਤੇਰੇ ਗੁਣ ਹਨ ਉਹ ਗਲਣਗੇ। ਪਰ ਜੇ ਤੂੰ ਉਸ ਪਰਮੇਸ਼ਰ ਦੇ ਨਾਮ ਵਿੱਚ ਰੱਤਿਆ ਗਿਆ ਨਾ, ਹਰ ਬਿਸਰਤ, ਤੇ ਜਿਹੜਾ ਬਿਸ ਜ਼ਹਿਰ ਦੀ ਨਿਆਈ ਜਿਹੜੇ ਵਿਸ਼ੇ ਵਿਕਾਰ ਹਨ ਉਹ ਗਲ ਜਾਣਗੇ ਤੇਰੇ। ਐਸੇ ਹੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਹਰ ਬਿਸਰਤ ਤੇਰੇ ਗੁਣ ਗਲਿਆ, ਕਿਉਂਕਿ ਹਰ ਬਿਸਰਤ ਸਦਾ ਖੁਆਰੀ। ਹਰੀ ਨੂੰ ਵਿਸਾਰਨ ਦੇ ਨਾਲ ਇੱਕ ਤਾਂ ਗੁਣ ਵੀ ਗਲਣਗੇ। ਸਤਿਗੁਰੂ ਫਰਮਾਉਂਦੇ ਸਦਾ ਖੁਆਰੀ, ਸੰਸਾਰ ਦੇ ਅੰਦਰ ਅਤੇ ਸੰਸਾਰ ਨੂੰ ਛੱਡ ਕੇ ਪਰਲੋਕ ਦੇ ਅੰਦਰ ਵੀ ਸਦਾ ਹੀ ਖੁਆਰੀ ਹੀ ਪੱਲੇ ਪਵੇਗੀ। ਕਬੀਰ ਸਾਹਿਬ ਫਰਮਾਉਂਦੇ ਹਨ, ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬਜ ਕਰੂਪ, ਕਿ ਕਿਸੇ ਜੀਵ ਦਾ ਸੁੰਦਰ ਸਰੂਪ ਹੋਵੇ, ਸੋਹਣੇ ਨੈਣ ਨਕਸ਼ ਹੋਣ, ਪਰ ਨਾਮ ਬਿਨਾ ਜੈਸੇ ਕੁਬਜ ਕਰੂਪ, ਵੀ ਜੇ ਉਹਦੇ ਪੱਲੇ ਨਾਮ ਨਹੀਂ ਨਾ ਹੈਗਾ, ਉਹ ਫਿਰ ਕਰੂਪ ਕਾਲੇ ਮੂੰਹ ਵਰਗਾ, ਉਹਦਾ ਹਿਰਦਾ ਜਿਹੜਾ ਕਾਲਾ ਹੋ ਜਾਏਗਾ। ਐਸਾ ਨਾਮ ਤੋਂ ਬਿਨਾਂ ਉਸ ਦੀ ਹਾਲਤ ਹੋ ਜਾਏਗੀ। ਕਿਉਂਕਿ ਸਾਧ ਸੰਗਤ ਸੰਸਾਰ ਦੇ ਅੰਦਰ ਵੀ ਆਪਾਂ ਸੋਹਣਾ ਕਹਿੰਦੇ ਹਾਂ ਜੀਵ ਨੂੰ, ਕਿ ਜਿਹਦਾ ਚਿਹਰਾ ਮੋਹਰਾ ਸੁੰਦਰ ਹੈ, ਜਿਹੜਾ ਸਰੂਪ ਬੜਾ ਸੁੰਦਰ ਹੋਵੇ, ਜਿਹਦਾ ਰੰਗ ਗੋਰਾ ਹੋਵੇ, ਜਿਸ ਦੇ ਵਸਤਰ ਸੁੰਦਰ ਪਹਿਨੇ ਹੋਣ, ਆਪਾਂ ਉਸ ਨੂੰ ਸੁੰਦਰ ਕਹਿ ਦਿੰਦੇ ਹਾਂ। ਪਰ ਸਾਧ ਸੰਗਤ ਗੁਰਬਾਣੀ ਅੰਦਰ ਸੁੰਦਰ ਆਖਿਆ ਗਿਆ ਹੈ, ਕਿਉਂਕਿ ਜਿਸ ਆਪਾਂ ਸਹਿਜ ਸੁਭਾਈ ਕਿਸੇ ਵਿਅਕਤੀ ਨੂੰ ਕਹਿ ਦਿੰਦੇ ਹਾਂ ਕਿ ਜਿਹੜਾ ਤ੍ਰਿਸ਼ਨਾ ਨਾਲ ਭਰਿਆ, ਅੱਗ ਉਸ ਦੇ ਅੰਦਰ ਤ੍ਰਿਸ਼ਨਾ ਦੀ, ਕ੍ਰੋਧ ਦੀ ਅੱਗ, ਮੂੰਹੋਂ ਅੱਗ ਕੱਢਦਾ ਹੈ, ਆਪ ਵੀ ਸੜਿਆ ਹਿਰਦਾ ਉਸ ਦਾ ਦੂਜਿਆਂ ਨੂੰ ਵੀ ਸਾੜਦਾ ਹੈ। ਐਸਾ ਉਹ ਨਾ ਇਨਸਾਫੀ ਤੇ ਜੋ ਉਹ ਦੂਜਿਆਂ ਨੂੰ ਠੱਗਦਾ ਹੈ, ਠੱਗੀਆਂ ਕਰਦਾ ਹੈ, ਐਸੇ ਜੀਵ ਨੂੰ ਆਪਾਂ ਸਹਿਜ ਸੁਭਾਏ ਕਹਿ ਦਿੰਦੇ ਹਾਂ ਕਿ ਕਿੱਥੇ ਸਵੇਰੇ ਸਵੇਰੇ ਕਾਲੇ ਮੂੰਹ ਵਾਲਾ ਮੱਥੇ ਲੱਗ ਗਿਆ, ਕਿ ਉਸ ਦਾ ਚਿਹਰਾ ਕਾਲਾ ਨਹੀਂ, ਚਿਹਰਾ ਤਾਂ ਬੜਾ ਸੁੰਦਰ ਹੈ ਉਸ ਦਾ, ਪਰ ਉਸ ਦਾ ਹਿਰਦਾ ਕਾਲਾ ਹੈ। ਇਸ ਪ੍ਰਕਾਰ ਨਾਲ ਸਤਿਗੁਰੂ ਫਰਮਾਉਂਦੇ, ਫਿਰ ਸੁੰਦਰ ਕੌਣ ਹੈ? ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ,
ਕਿ ਸੁੰਦਰ ਤਾਂ ਉਹੀ ਕਹੇ ਜਾਣਗੇ, ਉਹੀ ਸੋਹਣੇ ਕਹੇ ਜਾਣਗੇ ਜਿਹੜੇ ਸਾਧ ਸੰਗਤ ਵਿੱਚ ਆਣ ਕੇ ਬੈਠਦੇ ਹਨ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਸਾਧ ਸੰਗਤ ਵਡਭਾਗੇ ਹਾਂ। ਸਤ ਸੰਗਤ ਦੀਆਂ ਘੜੀਆਂ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤੀਆਂ ਹਨ। ਸਤਿਗੁਰਾਂ ਨੇ ਸੰਗਤ ਵਿੱਚ ਆਉਣ ਵਾਲੇ ਜੀਵਾਂ ਨੂੰ ਸੁੰਦਰ ਕਿਹਾ ਹੈ, ਤੇ ਜਿਹੜੇ ਨਾਮ ਤੋਂ ਹੀਣੇ ਹਨ, ਨਾਮ ਬਿਨਾ ਜੈਸੇ ਕੁਬਜ ਕਰੂਪ, ਇਸ ਪ੍ਰਕਾਰ ਨਾਲ ਹਰੀ ਦੇ ਨਾਮ ਨੂੰ ਵਿਸਾਰਨ ਦੇ ਨਾਲ ਹਰ ਬਿਸਰਤ ਤੇਰੇ ਗੁਣ ਗਲਿਆ, ਤੇ ਜਿਹੜੇ ਤੇਰੇ ਗੁਣ ਹਨ ਨਾ ਉਹ ਸਾਰੇ ਗਲ ਜਾਣਗੇ। ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ, ਫਿਰ ਇਹ ਗੁਣ ਗਲ ਗਏ, ਔਗਣ ਪੱਲੇ ਰਹਿ ਗਏ, ਤੇ ਇਹ ਫਿਰ ਗਲੇ ਦੇ ਵਿੱਚ ਜੰਜੀਰ ਪਵੇਗੀ, ਫਾਹਾ ਪਵੇਗਾ, ਜਿਹੜਾ ਧਰਮ ਰਾਜੇ ਤੱਕ ਪਹੁੰਚ ਕੇ ਸਾਨੂੰ ਖਿੱਚ ਕੇ ਲੈ ਜਾਵੇਗਾ ਨਾ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਫਿਰ ਔਗਣਾ ਦਾ ਜਿਹੜਾ ਸੰਗਲ ਆ ਗਲ 'ਚ ਪਾ ਕੇ ਫਿਰ ਉਹ ਚਲਾਉਣਗੇ। ਇਸ ਤਰੀਕੇ ਨਾਲ ਸਤਿਗੁਰੂ ਫਰਮਾਉਂਦੇ ਆ ਕਿ ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਉਸ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ। ਨਾ ਹੋ ਜਤੀ ਸਤੀ ਨਹੀਂ ਪੜਿਆ, ਨਾ ਹਉ ਜਤੀ। ਸਤਿਗੁਰੂ ਫਰਮਾਉਂਦੇ ਹਨ ਕਿ ਗੁਰਸਿੱਖ ਐਸਾ ਹੋਵੇ ਕਿ ਜੋ ਬ੍ਰਹਮ ਬੇਤੇ ਜਨ ਹਨ, ਉਹ ਜਿਹੜੇ ਗੁਰਸਿੱਖ ਹਨ ਉਹ ਜਾਤ ਤਾਂ ਐਡਾ ਰੱਖਦੇ ਹਨ ਜਿਸ ਪ੍ਰਕਾਰ ਨਾਲ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਐਸੇ ਉਹ ਜਤੀ ਹੁੰਦੇ ਹਨ ਗੁਰਸਿੱਖ ਬ੍ਰਹਮ ਬੇਤੇ। ਪਰ ਇੰਨੀ ਉਹਨਾਂ ਦੇ ਹਿਰਦੇ ਅੰਦਰ ਗਰੀਬੀ ਹੁੰਦੀ ਹੈ, ਉਹ ਕਹਿੰਦੇ ਹਨ ਅਸੀਂ ਜਤੀ ਨਹੀਂ ਹਾਂ ਸਤਿਗੁਰੂ, ਅਸੀਂ ਗਰੀਬ ਹਾਂ। ਤੇ ਇਸ ਤਰੀਕੇ ਨਾਲ ਉਹ ਸਤੀ ਸਤ ਐਡਾ ਰੱਖਣ ਵਾਲੇ ਹੁੰਦੇ ਹਨ, ਐਡੇ ਸਤ ਪ੍ਰਤੱਗੀ ਹੁੰਦੇ ਹਨ, ਕਦੇ ਝੂਠ ਨਹੀਂ ਬੋਲਣਾ, ਅਨਥਾ ਬਚਨ ਨਹੀਂ ਕਿਸੇ ਨੂੰ ਬੋਲਣਾ, ਪਰ ਫਿਰ ਵੀ ਨਿਮਰਤਾ ਧਾਰਨ ਕਰਕੇ ਸਤਿਗੁਰਾਂ ਨੂੰ ਬੇਨਤੀ ਕਰਦੇ ਹਨ ਮੈਂ ਕੋਈ ਸਤੀ ਨਹੀਂ। ਨਾ ਹਉ ਜਤੀ ਸਤੀ ਨਹੀਂ ਪੜਿਆ। ਤੇ ਇੰਨੇ ਉਹ ਪੜ੍ਹੇ ਹੁੰਦੇ ਹਨ, ਸਾਰਾ ਉਹਨਾਂ ਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ, ਵੇਦਾਂ ਸ਼ਾਸਤਰਾਂ ਦਾ ਗਿਆਨ, ਸਾਰੇ ਧਰਮ ਗ੍ਰੰਥਾਂ ਦਾ ਗਿਆਨ, ਤੇ ਫਿਰ ਵੀ ਨਿਮਰਤਾ ਸਹਿਤ ਕਹਿੰਦੇ ਹਨ ਵਿਦਿਆ ਨਾ ਪਰੋ ਬਾਦ ਨਾ ਜਾਣੋ, ਹਰ ਗੁਣ ਕਥਤ ਸੁਣਤ ਬੌਰਾਨੋ, ਕਿ ਨਾ ਹਉ ਜਤੀ ਸਤੀ ਨਹੀਂ ਪੜਿਆ। ਇਸ ਪ੍ਰਕਾਰ ਨਾਲ ਸਤਿਗੁਰੂ ਕਹਿੰਦੇ ਹਨ ਐਸੇ ਉਹ ਤਤ ਬੇਤੇ ਹੁੰਦੇ ਹਨ, ਐਸੀ ਨਿਮਰਤਾ ਉਹ ਗਰੀਬੀ ਧਾਰਨ ਕਰਕੇ ਰੱਖਦੇ ਹਨ ਜਿਹੜੇ ਮੂਰਖ। ਵਾਹਿਗੁਰੂ ਅੱਗੇ ਪੜ੍ਹ ਦਿਓ ਜੀ। ਮੂਰਖ ਮੁਗਦਾ ਜਨਮ ਭਇਆ, ਤੇ ਮੂਰਖ ਇਸ ਤਰੀਕੇ ਨਾਲ ਜਿਹੜੇ ਜੀਵ ਹਨ, ਸਤਿਗੁਰੂ ਕਹਿੰਦੇ ਵੀ ਉਹਨੇ ਬੇਨਤੀਆਂ ਕਰਨੀਆਂ ਹਨ ਸਤਿਗੁਰਾਂ ਅੱਗੇ। ਮੂਰਖ ਇਹ ਸਤਿਗੁਰੂ, ਇਹ ਪਰਮੇਸ਼ਰ, ਮੂਰਖ ਸਾਡਾ ਜਿਹੜਾ ਅਸੀਂ ਮੂਰਖ ਹਾਂ, ਅਸੀਂ ਤੁਹਾਨੂੰ ਨਹੀਂ ਜਾਣਿਆ, ਅਸੀਂ ਬੇਸਮਝ ਹਾਂ ਤੁਹਾਡੇ ਵੱਲੋਂ, ਅਸੀਂ ਬੇਸਮਝ ਹਾਂ ਪਰਮਾਰਥ ਦੇ ਗਿਆਨ ਵੱਲੋਂ। ਅਤੇ ਮੁਗਦਾ ਜਨਮ, ਜਿਹੜਾ ਮੂਰਖਾਂ ਘਰ ਹੀ ਸਾਡਾ ਜਨਮ ਹੋਇਆ ਹੈ, ਕਿਉਂਕਿ ਜਿਹੜੇ ਸਾਡੇ ਜਿੱਥੇ ਅਸੀਂ ਜੰਮੇ ਉਹਨਾਂ ਨੂੰ ਵੀ ਕੋਈ ਪਰਮਾਰਥ ਦਾ ਗਿਆਨ ਨਹੀਂ। ਇਹ ਸਤਿਗੁਰੂ ਸਾਨੂੰ ਵੀ ਕੋਈ ਤੁਹਾਡਾ ਗਿਆਨ ਨਹੀਂ। ਐਸਾ ਸਾਡਾ ਜਿਹੜਾ ਜਨਮ ਪਾਇਆ, ਸਾਡਾ ਪਿਛਲਾ ਜੋ ਜਨਮ ਉਹ ਮੂਰਖਤਾਈ ਦੇ ਵਿੱਚ ਹੀ ਗੁਜ਼ਰਿਆ, ਬੇਸਮਝੀ ਵਿੱਚ ਹੀ ਗੁਜ਼ਰਿਆ, ਅਸੀਂ ਤੁਹਾਡੇ ਤੋਂ ਬੇਸਮਝ ਹੀ ਰਹੇ। ਇਸ ਪ੍ਰਕਾਰ ਨਾਲ ਜਿਹੜੇ ਗੁਰਸਿੱਖ ਹਨ ਨਾ, ਸਤਿਗੁਰੂ ਕਹਿੰਦੇ ਵੀ ਇਸ ਤਰੀਕੇ ਦੇ ਹੋਣੇ ਚਾਹੀਦਾ ਹੈ, ਉਹੀ ਗੁਰਸਿੱਖ ਹੈ। ਇਸ ਤਰੀਕੇ ਨਾਲ ਗੁਰਸਿੱਖ ਨੂੰ ਵੀ ਸਤਿਗੁਰਾਂ ਅੱਗੇ ਬੇਨਤੀ ਕਰਨੀ ਚਾਹੀਦੀ ਹੈ। ਜਤ ਰੱਖੇ ਅਜਿਹਾ ਕਿ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ। ਐਸਾ ਜਤ ਰੱਖ ਕੇ ਵੀ ਸਤਿਗੁਰਾਂ ਅੱਗੇ ਬੇਨਤੀ ਕਰੇ ਕਿ ਨਾ ਹਉ ਜਤੀ, ਕਿ ਸਤਿਗੁਰੂ ਮੈਂ ਜਤੀ ਨਹੀਂ ਹਾਂ। ਤੇ ਸਤੀ ਸਤਿਗੁਰਾਂ ਅੱਗੇ ਬੇਨਤੀ ਕਰੇ, ਐਸਾ ਉਹਦਾ ਸਤ ਹੋਵੇ ਕਿ ਅਣਹੋਂਦੇ ਆਪ ਵੰਡਾਏ, ਕੋਈ ਐਸਾ ਭਗਤ ਸਦਾਏ, ਕਿ ਐਸਾ ਉਹ ਗ੍ਰਸਥ ਧਰਮ ਦੇ ਅੰਦਰ ਪੱਕਾ ਹੋਵੇ ਕਿ ਦਰ ਤੇ ਆਏ ਨੂੰ ਖਾਲੀ ਨਾ ਜਾਣ ਦੇਵੇ, ਅਣਹੋਂਦੇ ਆਪਦੇ ਆਪ ਕੋ ਵੀ ਨਾ ਹੋਵੇ ਤਾਂ ਵੀ ਉਹ ਵੰਡਾਏ। ਜਿਸ ਪ੍ਰਕਾਰ ਨਾਲ ਸਿੱਧਾ ਨੇ ਆਖਿਆ ਸੀ ਨਾ ਧੰਨ ਗੁਰੂ ਨਾਨਕ ਮਹਾਰਾਜ ਨੂੰ ਕਿ ਤੁਸੀਂ ਕਹਿੰਦੇ ਹੋ ਕਿ ਵੰਡ ਕੇ ਛਕਣਾ, ਤੇ ਉਹਨਾਂ ਨੇ ਇੱਕ ਤਿਲ ਦੇ ਦਿੱਤਾ ਕਿ ਇਹਨੂੰ ਵੰਡ ਕੇ ਦਿਖਾਓ ਕਿਸ ਤਰੀਕੇ ਨਾਲ ਤੁਸੀਂ ਵੰਡ ਕੇ ਛਕਦੇ ਹੋ। ਤਾਂ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਕਹਿਣਾ ਕੀਤਾ ਕਿ ਇਸ ਨੂੰ ਕੂੰਡੇ ਵਿੱਚ ਕੁੱਟ ਕੇ ਜਲ ਦੇ ਵਿੱਚ ਰਲਾ ਕੇ ਤਾਂ ਸਾਰਿਆਂ ਨੂੰ ਵੰਡ ਦਿਓ। ਇਸ ਪ੍ਰਕਾਰ ਨਾਲ ਅਣਹੋਂਦੇ ਆਪ ਵੰਡਾਏ, ਐਸਾ ਉਹਦੇ 'ਚ ਸਤ ਹੋਵੇ। ਫਿਰ ਵੀ ਸਤਿਗੁਰਾਂ ਅੱਗੇ ਨਿਮਰਤਾ ਧਾਰਨ ਕਰਕੇ ਅਰਦਾਸ ਬੇਨਤੀ ਕਰੇ ਕਿ ਨਾ ਹਉ ਜਤੀ ਸਤੀ, ਨਾ ਮੈਂ ਸਤਿਗੁਰੂ ਜਤੀ ਹਾਂ ਤੇ ਨਾ ਸਤੀ ਹਾਂ, ਨਹੀਂ ਪੜਿਆ। ਤੇ ਇਹ ਬੇਨਤੀ ਕਰਨੀ ਹਨ ਇਸ ਪ੍ਰਕਾਰ ਸਤਿਗੁਰਾਂ ਅੱਗੇ।
ਹੋਵੇ ਉਹ ਪੜ੍ਹਿਆ ਇਤਨਾ ਕਿ ਇੰਦਰੀਆਂ ਨੂੰ ਦਮਨ ਕਰਨਾ ਜਾਣਦਾ ਹੋਵੇ, ਮਨ ਨੂੰ ਵਿਕਾਰਾਂ ਵੱਲੋਂ ਰੋਕਣਾ ਜਾਣਦਾ ਹੋਵੇ, ਵਿਸ਼ਿਆਂ ਤੋਂ ਉਪਰਾਮ ਰਹਿਣਾ ਜਾਣਦਾ ਹੋਵੇ, ਸਾਰੇ ਗ੍ਰੰਥ ਪੜ੍ਹੇ ਹੋਣ, ਸਾਰੇ ਵੇਦਾਂ ਨੂੰ ਉਹ ਜਾਣਦਾ ਹੋਵੇ, ਪਰ ਫਿਰ ਵੀ ਅਜਿਹਾ ਗੁਰਸਿੱਖ ਸਤਿਗੁਰੂ ਅੱਗੇ ਬੇਨਤੀ ਕਰੇ ਕਿ ਨਹੀਂ ਪੜ੍ਹਿਆ, ਕਿ ਸਤਿਗੁਰੂ ਮੈਂ ਪੜ੍ਹਿਆ ਨਹੀਂ ਹਾਂ। ਇਤਨਾ ਉਹ ਗਰੀਬੀ ਧਾਰਨ ਕਰਕੇ ਸਤਿਗੁਰੂ ਕਹਿੰਦੇ ਹਨ ਕਿ ਸਤਿਗੁਰਾਂ ਅੱਗੇ, ਪਰਮੇਸ਼ਰ ਅੱਗੇ ਅਰਦਾਸ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ। ਵਿਦਿਆ ਨਾ ਪਰੋ ਬਾਦ ਨਾ ਜਾਣੋ, ਹਰ ਗੁਣ ਕਥਤ ਸੁਣਤ ਬਉਰਾਨੋ। ਇਸ ਤਰੀਕੇ ਨਾਲ ਸਤਿਗੁਰ ਅੱਗੇ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ। ਹਾਂਜੀ। ਮੂਰਖ ਮੁਗਦਾ ਜਨਮ ਭਇਆ। ਮੂਰਖ ਤੋਂ ਭਾਵ ਮੂੰਹ ਰੱਖ, ਜਿਹੜਾ ਆਪਣਾ ਮੂੰਹ ਹੈ ਇਸ ਨੂੰ ਅਜਿਹਾ ਜੋ ਗੁਰਸਿੱਖ ਹੋਵੇ ਕਿ ਰੱਖ, ਉਹਨੂੰ ਰੱਖੇ। ਇਹ ਨਾ ਹੋਵੇ ਕਿ ਥਾਂ ਥਾਂ ਤੇ ਬੱਕਰੀ ਵਾਂਗ ਮੂੰਹ ਮਾਰਦਾ ਫਿਰੇ, ਹਰ ਵਕਤ ਹੀ ਮੂੰਹ ਮਚਲਾਈ ਜਾਵੇ, ਕੁਝ ਨਾ ਕੁਝ ਖਾਈ ਜਾਵੇ, ਅਤੇ ਜੋ ਬਿਨਾਂ ਵਿਚਾਰ ਕੀਤੇ ਕੁਝ ਵੀ ਖਾ ਲਵੇ। ਐਸਾ ਜੋ ਗੁਰਸਿੱਖ ਨਹੀਂ ਹੋਣਾ ਚਾਹੀਦਾ। ਮੂੰਹ ਰੱਖ, ਉਹ ਮੂੰਹ ਰੱਖ ਹੋਣਾ ਚਾਹੀਦਾ ਹੈ, ਭਾਵ ਮੂੰਹ ਆਪਦੇ ਤੇ ਉਹ ਰੱਖ, ਉਸ ਨੂੰ ਕੰਟਰੋਲ ਉਹਦੇ ਤੇ ਰੱਖੇ। ਉਹ ਜਹਾਂ ਤਹਾਂ ਕਾ ਅਚੇ ਪ੍ਰਸਾਦ, ਮੇਰਾ ਸਿੱਖ ਨਾ ਆਦ ਜੁਗਾਦ। ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਹਨ ਕਿ ਉਹ ਮੇਰਾ ਸਿੱਖ ਨਾ ਤਾਂ ਸੀ ਤੇ ਨਾ ਹੀ ਕਦੇ ਹੋ ਸਕਦਾ, ਜਿਹੜਾ ਜਹਾਂ ਤਹਾਂ ਕਾ ਅਚੇ ਪ੍ਰਸਾਦ, ਕਿ ਜਹਾਂ ਤਹਾਂ ਦਾ ਜਿੱਥੋਂ ਮਰਜ਼ੀ ਮਿਲ ਗਿਆ ਛਕ ਲਿਆ। ਉਹ ਅਜਿਹਾ ਜੇਕਰ ਹੈ ਨਾ ਜੀਵ ਤਾਂ ਉਹ ਗੁਰਸਿੱਖ ਨਹੀਂ ਹੋ ਸਕਦਾ, ਸਤਿਗੁਰਾਂ ਨੇ ਫਰਮਾਇਆ। ਕਿਉਂਕਿ ਸਾਧ ਸੰਗਤ ਬੜ ਭਾਗੇ ਹਨ ਉਹ ਗੁਰਸਿੱਖ ਜਿਹੜੇ ਵਿਵੇਕ ਦਾ ਪਹਿਰਾ ਰੱਖਦੇ ਹਨ, ਵਿਵੇਕ ਦਾ ਅੰਨ ਪਾਣੀ ਛਕਦੇ ਹਨ। ਵਿਵੇਕ ਤੋਂ ਭਾਵ ਕਿ ਜਿਹੜਾ ਅੰਮ੍ਰਿਤਧਾਰੀ ਗੁਰਸਿੱਖਾਂ ਪਾਸੋਂ ਤਿਆਰ ਕੀਤਾ ਹੋਵੇ, ਜਿਹੜਾ ਅੰਮ੍ਰਿਤਧਾਰੀ ਨਿਤਨੇਮੀ ਰਹਿਤ ਵਿੱਚ ਪਰਪੱਖ ਸਿੰਘ ਤਿਆਰ ਕਰੇ। ਤੇ ਜਿਹੜੇ ਵਿਵੇਕੀ ਸਿੰਘ ਵਿਵੇਕ ਦਾ ਪਹਿਰਾ ਰੱਖਦੇ ਹਨ ਨਾ, ਉਹ ਕੇਵਲ ਅੰਮ੍ਰਿਤਧਾਰੀ ਦੇ ਹੱਥ ਦਾ ਹੀ ਛਕਦੇ ਹਨ। ਕਿਸੇ ਹੋਰ ਦਾ ਜੇਕਰ ਹੱਥ ਵੀ ਲੱਗ ਜਾਵੇ ਤੇ ਉਹ ਨਹੀਂ ਛਕਦੇ। ਉਹ ਧਨ ਹਨ ਐਸੇ ਜੀਵ, ਸਤਿਗੁਰਾਂ ਦੀ ਬੜੀ ਉਹਨਾਂ ਤੇ ਬਖਸ਼ਿਸ਼ ਹੈ। ਪਰ ਸਾਧ ਸੰਗਤ ਸੰਸਾਰੀ ਜੀਵ ਸਾਡੇ ਵਰਗੇ ਕਈ ਵਾਰੀ ਉਹਨਾਂ ਤੇ ਇਹ ਪ੍ਰਸ਼ਨ ਕਰ ਦਿੰਦੇ ਹਨ ਕਿ ਇਹ ਵਿਵੇਕ ਦਾ ਪਹਿਰਾ ਰੱਖਿਆ ਹੈ, ਪਰ ਇਹ ਬੜੀ ਛੂਤ ਛਾਤ ਕਰਦੇ ਹਨ ਕਿ ਕਿਸੇ ਕੋਈ ਜੀਵ ਹੈ ਉਹਦਾ ਹੱਥ ਲੱਗ ਗਿਆ ਤੇ ਇਹ ਨਹੀਂ ਛਕਦੇ, ਇਕੱਲੇ ਅੰਮ੍ਰਿਤਧਾਰੀ ਦਾ ਛਕਦੇ ਹਨ। ਬੜੀ ਇਹ ਛੂਤ ਛਾਤ ਕਰਦੇ ਹਨ। ਇਸ ਪ੍ਰਕਾਰ ਨਾਲ ਉਹ ਆਸਾ ਦੀ ਵਾਰ ਦੇ ਅੰਦਰ ਜੋ ਪੰਕਤੀ ਆਉਂਦੀ ਹੈ ਨਾ, ਉਸ ਨੂੰ ਪੜ੍ਹ ਕੇ ਵੀ ਇਹ ਦੱਸਦੇ ਹਨ ਕਿ ਸਤਿਗੁਰੂ ਨਾਨਕ ਮਹਾਰਾਜ ਨੇ ਛੂਤ ਛਾਤ ਤੋਂ ਵਰਜਿਆ ਹੈ ਸਾਨੂੰ। ਤੇ ਇਸ ਤਰੀਕੇ ਨਾਲ ਕਹਿੰਦੇ ਹਨ ਕਿ ਬੜੀ ਛੂਤ ਛਾਤ ਕਰਦੇ ਹਨ ਵਿਵੇਕੀ ਸਿੰਘ। ਪਰ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਜਾ ਕੀ ਰਹਿਤ ਨਾ ਜਾਣੀਐ, ਗੁਰਮੰਤ ਨਹੀਂ ਚੀਤ, ਤਾ ਕਾ ਭੋਜਨ ਖਾਏ ਕੈ, ਵਿਸਰੈ ਹਰਿ ਸਿਉ ਪ੍ਰੀਤ। ਕਿ ਜਿਨ੍ਹਾਂ ਨੇ ਕੋਈ ਰਹਿਤ ਹੀ ਨਹੀਂ ਸਤਿਗੁਰਾਂ ਦੀ ਰੱਖੀ, ਕੇਸ ਕੱਟੇ, ਕੇਸਾਂ ਦੀ ਬੇਅਦਬੀ, ਬਾਣੀ ਨਹੀਂ ਕਦੀ ਪੜ੍ਹੀ, ਅੰਮ੍ਰਿਤ ਦੀ ਰਹਿਤ ਨਹੀਂ ਰੱਖੀ, ਐਸੇ ਜੀਵਾਂ ਦਾ ਗੁਰਮੰਤ ਨਹੀਂ ਚੀਤ, ਉਹਨਾਂ ਨੂੰ ਵਾਹਿਗੁਰੂ ਮੰਤਰ ਕਦੀ ਮੂੰਹ ਤੋਂ ਉਹਨਾਂ ਨੇ ਜਪਿਆ ਨਹੀਂ। ਐਸੇ ਜੀਵਾਂ ਦਾ ਜਿਹੜਾ ਭੋਜਨ ਛਕ ਕੇ ਨਾ, ਤਾ ਕਾ ਭੋਜਨ ਖਾਏ ਕੈ, ਵਿਸਰੈ ਹਰਿ ਸਿਉ ਪ੍ਰੀਤ। ਫਿਰ ਐਸੇ ਜੀਵਾਂ ਦਾ ਹੱਥਾਂ ਦਾ ਭੋਜਨ ਖਾ ਕੇ ਖਾਣ ਵਾਲੇ ਦੇ ਮਨ ਵਿੱਚ ਵੀ ਪਰਮੇਸ਼ਰ ਦੀ ਪ੍ਰੀਤ ਵਿਸਰ ਜਾਂਦੀ ਹੈ। ਇਸ ਕਰਕੇ ਜੋ ਵਿਵੇਕੀ ਸਿੰਘ ਹਨ ਉਹ ਪ੍ਰੀਤ ਵਾਲੇ ਦਾ, ਅੰਮ੍ਰਿਤਧਾਰੀ ਸਿੰਘ ਦਾ ਹੀ ਛਕਦੇ ਹਨ। ਸਾਧ ਸੰਗਤ ਵਿੱਚ ਛੂਤ ਛਾਤ ਨਹੀਂ, ਕੋਈ ਸਤਿਗੁਰਾਂ ਦਾ ਬਚਨ ਹੈ ਇਹ। ਜਿਸ ਪ੍ਰਕਾਰ ਨਾਲ ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਸ ਸਮੇਂ ਉਸ ਸਰਹੰਦ ਦੇ ਅੰਦਰ ਜੋ ਉੱਥੇ ਬੈਠ ਕਰਕੇ ਠੰਡੇ ਬੁਰਜ ਦੇ ਅੰਦਰ ਉਹਨਾਂ ਨੂੰ ਰੱਖਿਆ ਗਿਆ, ਜਿਸ ਸਮੇਂ ਤੁਰਕ ਉਹ ਉਹਨਾਂ ਲਈ ਪ੍ਰਸ਼ਾਦਾ ਲੈ ਕੇ ਗਏ ਤਾਂ ਮਾਤਾ ਜੀ ਨੇ ਇਹ ਮਨਾ ਕਰਕੇ ਉਹਨਾਂ ਨੂੰ ਮੋੜ ਦਿੱਤਾ ਕਿ ਅਸੀਂ ਤੁਰਕਾਂ ਦੇ ਹੱਥ ਦਾ ਨਹੀਂ ਛਕਦੇ। ਜੇਕਰ ਇਹ ਸਾਡੇ ਜਿਹੜੇ ਸਪੁੱਤਰ ਇਹ ਸਾਹਿਬਜ਼ਾਦੇ ਛਕਣਗੇ ਤਾਂ ਇਹ ਨਾ ਹੋਵੇ ਕਿ ਉਹਨਾਂ ਦਾ ਮਨ ਕਿਤੇ ਡੋਲ ਜਾਵੇ। ਇਸ ਤਰੀਕੇ ਨਾਲ ਮਾਤਾ ਜੀ ਨੇ ਉਹਨਾਂ ਦਾ ਅੰਨ ਨਹੀਂ ਸੀ ਛਕਣ ਦਿੱਤਾ। ਤਾਂ ਕਰਕੇ ਭਾਈ ਮੋਤੀ ਰਾਮ ਮਹਿਰਾ ਫਿਰ ਆਪਦੇ ਘਰ ਦੇ ਅੰਦਰੋਂ ਦੁੱਧ ਲੈ ਕੇ ਆਇਆ ਸੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਛਕਾਉਣ ਲਈ, ਕਿਉਂਕਿ ਉਹ ਧਰਮੀ ਸਨ, ਉਹਨਾਂ ਨੇ ਗੁਰਸਿੱਖੀ ਕਮਾਈ ਸੀ, ਉਹ ਨਿਤਨੇਮੀ ਸਨ, ਸਤਿਗੁਰਾਂ ਦਾ ਪਿਆਰ ਸੀ ਉਹਨਾਂ ਦੇ ਅੰਦਰ, ਤਾਂ ਉਹਨਾਂ ਦੇ ਘਰ ਦਾ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਛਕਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜਿਹੜਾ ਗੁਰਸਿੱਖ ਹੈ ਉਹ ਮੂੰਹ ਰੱਖ, ਭਾਵ ਆਪਦੇ ਮੂੰਹ ਨੂੰ ਰੱਖੇ, ਉਹਦੇ ਉੱਪਰ ਨਿਗਰਾਨੀ ਰੱਖੇ। ਕਿਸੇ ਅਵੇ ਤਵੇ ਦਾ ਪ੍ਰਸ਼ਾਦ ਕਿਤੇੋਂ ਵੀ ਲੈ ਕੇ ਰੇਹੜੀ ਤੋਂ ਛਕ ਲੈਣਾ, ਐਸਾ ਗੁਰਸਿੱਖ ਨਹੀਂ ਸਤਿਗੁਰੂ ਕਹਿੰਦੇ ਹੋਣਾ ਚਾਹੀਦਾ। ਮੂਰਖ ਮੁਗਦਾ ਤੋਂ ਭਾਵ ਸੁੰਦਰ ਹੋਵੇ,
ਕਿ ਐਸਾ ਗੁਰਸਿੱਖ ਸੁੰਦਰ ਹੋਵੇ, ਦਰਸ਼ਨੀ ਹੋਵੇ, ਐਸਾ ਉਸ ਦਾ ਜੀਵਨ ਘੜਿਆ ਹੋਵੇ, ਨਿਤਨੇਮੀ ਹੋਵੇ, ਮਰਿਆਦਾ ਰਹਿਤ ਰੱਖਦਾ ਹੋਵੇ ਕਿ ਉਸ ਦਾ ਦਰਸ਼ਨ ਕਰਕੇ ਦਰਸ਼ਨ ਕਰਨ ਵਾਲਿਆਂ ਦਾ ਵੀ ਜੀਵਨ ਬਦਲ ਜਾਵੇ। ਐਸਾ ਜੋ ਗੁਰਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ। ਸਤਿਗੁਰੂ ਫਰਮਾਉਂਦੇ ਹਨ, ਮੂਰਖ ਮੁਗਦਾ ਜਨਮ ਪਿਆ। ਤੇ ਅਜਿਹਾ ਮੂਰਖ ਜਿਹੜਾ ਗੁਰਸਿੱਖ ਕੋਈ ਬਾਹਰੋਂ ਨਹੀਂ ਛਕਦਾ, ਸੁੰਦਰ ਹੋਵੇ, ਮੁਗਧ ਹੋਵੇ, ਫਿਰ ਵੀ ਸਤਿਗੁਰਾਂ ਅੱਗੇ ਅਜਿਹੀ ਨਿਮਰਤਾ ਧਾਰੇ ਕਿ ਮੂਰਖ ਮੁਗਦਾ ਜਨਮ ਭਇਆ। ਸਤਿਗੁਰੂ ਅਸੀਂ ਮੂਰਖ, ਅਸੀਂ ਮੁਗਧ, ਸਾਡਾ ਜਨਮ ਜਿਹੜਾ ਮੂਰਖਾਂ ਦੇ ਤਰੀਕੇ ਨਾਲ ਗੁਜ਼ਰਿਆ ਹੈ। ਇਸ ਤਰੀਕੇ ਨਾਲ ਸਤਿਗੁਰੂ ਕਹਿੰਦੇ ਹਨ ਗੁਰਸਿੱਖਾਂ ਨੇ ਬੇਨਤੀ ਕਰਨੀ ਹੈ ਸਤਿਗੁਰਾਂ ਅੱਗੇ। ਪ੍ਰਣਵਤ ਨਾਨਕ ਤਿਨ ਕੀ ਸਰਨਾ। ਤੇ ਫਿਰ ਇਸ ਤਰੀਕੇ ਨਾਲ ਉਹ ਜਤੀ ਹੋਵੇ, ਸਤੀ ਹੋਵੇ, ਪੜ੍ਹਿਆ ਹੋਵੇ, ਪੂਰਾ ਗਿਆਨ ਹੋਵੇ ਉਸ ਨੂੰ। ਫਿਰ ਉਹ ਮੂਰਖ ਹੋਵੇ, ਮੂੰਹ ਰੱਖਿਆ ਹੋਵੇ ਉਸਨੇ, ਕਿਸੇ ਬਾਹਰੋਂ ਨਾ ਛਕੇ ਅਵੇ ਤਵੇ ਕਾ ਪ੍ਰਸਾਦ। ਤੇ ਫਿਰ ਉਹ ਮੁਗਧ ਸੁੰਦਰ ਹੋਵੇ, ਪਰ ਫਿਰ ਵੀ ਨਿਮਰਤਾ ਧਾਰ ਕੇ ਸਤਿਗੁਰਾਂ ਅੱਗੇ ਬੇਨਤੀ ਕਰੇ, ਪ੍ਰਣਵਤ ਨਾਨਕ ਤਿਨ ਕੀ ਸਰਣਾ। ਹੈ ਸਤਿਗੁਰੂ ਅਸੀਂ ਉਹਨਾਂ ਦੀ ਸ਼ਰਨ ਆਏ ਹਾਂ ਜਿਨ ਤੂੰ ਨਾਹੀ ਵਿਸਰਿਆ। ਜਿਨ ਤੂੰ ਨਾਹੀ ਵਿਸਰਿਆ, ਜਿਨ੍ਹਾਂ ਨੂੰ ਹੈ ਪਰਮੇਸ਼ਰ ਤੂੰ ਨਹੀਂ ਨਾ ਚੇਤਾ ਭੁੱਲਦਾ, ਤੂੰ ਨਹੀਂ ਵਿਸਰਦਾ, ਜਿਹੜੇ ਹਰ ਵਕਤ ਵਾਹਿਗੁਰੂ ਵਾਹਿਗੁਰੂ ਦਾ ਰਟਨ ਕਰਦੇ ਰਹਿੰਦੇ ਹਨ, ਸਿਮਰਨ ਕਰਦੇ ਹਨ, ਗੁਰਬਾਣੀ ਪੜ੍ਹਦੇ ਹਨ, ਜਿਨ੍ਹਾਂ ਨੂੰ ਤੂੰ ਨਹੀਂ ਵਿਸਰਦਾ। ਹੇ ਪਰਮੇਸ਼ਰ, ਹੇ ਸਤਿਗੁਰੂ ਮੈਂ ਉਹਨਾਂ ਦੀ ਸ਼ਰਨ ਹਾਂ, ਮੈਂ ਉਹਨਾਂ ਦੀ ਸ਼ਰਨ ਦੇ ਵਿੱਚ ਹਾਂ। ਜਾਂ ਇਉਂ ਕਹੋ ਕਿ ਮੈਨੂੰ ਹੇ ਪਰਮੇਸ਼ਰ ਉਹਨਾਂ ਦੀ ਸ਼ਰਨ ਦੇ ਵਿੱਚ ਰੱਖ ਲਵੋ, ਉਹਨਾਂ ਦੀ ਸ਼ਰਨ ਮੈਨੂੰ ਉਹਨਾਂ ਦੀ ਸੰਗਤ ਬਖਸ਼ਿਸ਼ ਕਰੋ। ਜਿਹੜੇ ਪਿੱਛੇ ਬਿਆਨ ਕਰਕੇ ਆਏ ਹਨ ਸਤਿਗੁਰੂ ਕਿ ਜਤੀ ਹਨ, ਸਤੀ ਹਨ, ਪੜ੍ਹੇ ਹਨ ਅਤੇ ਸੁੰਦਰ ਹਨ ਅਤੇ ਉਹ ਰਹਿਤ ਮਰਿਆਦਾ 'ਚ ਪੱਕੇ ਹਨ, ਪਰ ਫਿਰ ਵੀ ਨਿਮਰਤਾ ਧਾਰ ਕੇ ਤੁਹਾਡੇ ਅੱਗੇ ਖੜੇ ਹਨ, ਉਹਨਾਂ ਦੀ ਸਤਿਗੁਰੂ ਸੰਗਤ ਮੈਨੂੰ ਬਖਸ਼ੋ। ਮੈਂ ਤੁਹਾਡੀ ਸ਼ਰਨ, ਮੈਂ ਉਹਨਾਂ ਦੀ ਸ਼ਰਨ ਆਇਆ ਹਾਂ। ਐਸੇ ਜੋ ਗੁਰਸਿੱਖ ਦਾ ਜੀਵਨ ਹੋਣਾ ਚਾਹੀਦਾ। ਸਤਿਗੁਰਾਂ ਨੇ ਆਖਿਆ ਕਿ ਇਸ ਤਰੀਕੇ ਨਾਲ ਸਤਿਗੁਰੂ ਅੱਗੇ ਨਿਮਰ ਭਾਵ ਹੋ ਕਰਕੇ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ, ਕਿਉਂਕਿ ਸਤਿਗੁਰੂ ਫਰਮਾਉਂਦੇ ਹਨ ਨਾ, ਫਿਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕਿ ਦਿਨ ਰਾਤ ਹੀ ਪਰਮੇਸ਼ਰ ਤੇਰੇ ਗੁਣ ਗਾਉਂਦਾ ਰਵਾਂ ਮੈਂ, ਵਿਸਰ ਨਾਹੀ ਮੈਨੂੰ ਵਿਸਾਰਨਾ, ਕਿਉਂਕਿ ਹਰ ਬਿਸਰਤ ਤੇਰੇ ਗੁਣ ਗਲਿਆ। ਉਹ ਵਿਸਰਨ ਦੇ ਨਾਲ ਗੁਣ ਗਲ ਜਾਣਗੇ ਸਾਡੇ। ਇਸ ਤਰੀਕੇ ਨਾਲ ਸਤਿਗੁਰਾਂ ਅੱਗੇ ਬੇਨਤੀ ਕਰਨੀ ਹੈ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਤੇ ਮੈਂ ਤੁਹਾਡੀ ਹੈ ਪਰਮੇਸ਼ਰ ਸ਼ਰਨ ਆਇਆ ਹਾਂ। ਸਿੰਘ ਸ਼ਰਨ ਕੱਤ ਜਾਈਐ ਜੋ ਜੰਬੁਕ ਗ੍ਰਾਸੈ। ਕਿ ਤੁਹਾਡੀ ਸ਼ਰਨ ਆਏ ਹਾਂ ਤੇ ਤੁਸੀਂ ਸਾਨੂੰ ਜੰਬੁਕ ਭਾਵ ਵਿਸ਼ੇ ਵਿਕਾਰਾਂ ਤੋਂ ਸਾਨੂੰ ਰੱਖ ਲਵੋ। ਅਸੀਂ ਤੁਹਾਡੀ ਅਤੇ ਤੁਹਾਡੇ ਜਨਾਂ ਦੀ ਸ਼ਰਨ ਹਾਂ। ਇਸ ਤਰੀਕੇ ਨਾਲ ਸਤਿਗੁਰੂ ਅੱਜ ਦੇ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਹਨ ਕਿ ਗੁਰਸਿੱਖ ਨੇ, ਜੀਵ ਨੇ ਉਸ ਪਰਮੇਸ਼ਰ ਦੇ ਸਰੋਵਰ ਵਿੱਚ ਹੀ ਸਮਾਉਣਾ ਹੈ ਅਤੇ ਮੋਹ ਦੇ ਚਿੱਕੜ ਤੋਂ ਉਸ ਨੇ ਬਚਣਾ ਹੈ, ਜਿਹੜਾ ਦੁਨੀਆ ਦਾ ਮੋਹ ਛੱਡਣਾ ਹੈ। ਕਿਉਂਕਿ ਸਤਿਗੁਰਾਂ ਨੇ ਬਚਨ ਕੀਤਾ ਨਾ ਕਿ ਸੰਸਾਰ ਨੂੰ ਨਹੀਂ ਛੱਡਣਾ, ਸੰਸਾਰ ਦੇ ਮੋਹ ਨੂੰ ਛੱਡਣਾ ਹੈ। ਸੰਸਾਰ ਦੇ ਵਿੱਚ ਰਹਿਣਾ ਹੈ, ਪਰ ਸੰਸਾਰ ਦੇ ਮੋਹ ਨੂੰ ਤਿਆਗ ਕੇ ਮੋਹ ਤਾਂ ਕੇਵਲ ਸਤਿਗੁਰਾਂ ਦਾ ਹੋਣਾ ਚਾਹੀਦਾ ਹੈ ਮੋਹ। ਕਿਉਂਕਿ ਗੁਰਬਾਣੀ ਦਾ ਬਚਨ ਹੈ ਨਾ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਕਿ ਆਪਦੇ ਪਰਿਵਾਰ ਦੇ ਅੰਦਰ ਰਹਿ ਕਰਕੇ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ ਹੀ ਮੁਕਤੀ ਪ੍ਰਾਪਤ ਹੋ ਸਕਦੀ ਹੈ। ਪਰ ਸਾਧ ਸੰਗਤ ਇਸ ਬਚਨ ਤੋਂ ਆਪਾਂ ਇਹ ਨਾ ਅਰਥ ਲੈ ਲਈਏ ਕਿ ਬਸ ਹੱਸਣ ਖੇਡਣ ਦੇ ਨਾਲ, ਖਾਣ ਪਹਿਨਣ ਦੇ ਨਾਲ ਮੁਕਤੀ ਹੋ ਜਾਵੇਗੀ। ਮੁਕਤੀ ਤਾਂ ਸਤਿਗੁਰਾਂ ਦੇ ਪਰਮੇਸ਼ਰ ਦੇ ਨਾਮ ਜਪਣ ਤੋਂ ਹੋਣੀ ਹੈ। ਕਿਉਂਕਿ ਤੂੰ ਇਸ ਜੇਕਰ ਹੱਸਦਿਆਂ ਖੇਡਦਿਆਂ ਪਰਮੇਸ਼ਰ ਨੂੰ ਯਾਦ ਕਰੇਗਾ, ਖਾਂਦਿਆਂ ਪਹਿਨਦਿਆਂ ਵੀ ਪਰਮੇਸ਼ਰ ਨੂੰ ਯਾਦ ਕਰਦਾ ਰਹੇਗਾ, ਫਿਰ ਮੁਕਤੀ ਹੈ। ਕਿਉਂਕਿ ਸੁਖਮਣੀ ਸਾਹਿਬ 'ਚ ਸਤਿਗੁਰੂ ਫਰਮਾਉਂਦੇ ਹਨ ਨਾ, ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਿਤ ਤਨ ਲਾਵਹਿ ਤਿਸ ਕਉ ਸਿਮਰਤ ਪਰਮ ਗਤ ਪਾਵਹਿ। ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸ ਹੈ ਧਿਆਏ ਸਦਾ ਮਨ ਅੰਦਰ। ਇਸ ਪ੍ਰਕਾਰ ਨਾਲ ਆਪਦੇ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਪਰਮੇਸ਼ਰ ਨੂੰ ਯਾਦ ਕਰਨਾ ਹੈ, ਪਰ ਪਰਿਵਾਰ ਦਾ ਤੇ ਸੰਸਾਰ ਦਾ ਮੋਹ ਨਹੀਂ ਕਿਸੇ ਚੀਜ਼ ਦਾ ਕਰਨਾ। ਮੋਹ ਕੇਵਲ ਸਤਿਗੁਰਾਂ ਦਾ ਹੋਵੇ, ਤਾਂ ਜੋ ਉਹ ਮੋਹ ਦੇ ਵਿੱਚ ਪੰਕ ਜੋ ਮੋਹ ਪੱਗ ਨਹੀਂ ਚੱਲੇ। ਫਿਰ ਇਹ ਹਾਲਤ ਨਾ ਹੋ ਜਾਵੇ ਕਿਤੇ ਵੀ ਮੋਹ 'ਚ ਫਸ ਕੇ ਤੇ ਪੈਰ ਆਪਣਾ ਨਾ ਚੱਲੇ। ਪਰਮਾਰਥ ਵੱਲ, ਸਤਿਗੁਰਾਂ ਵੱਲ, ਸੰਗਤ ਵਿੱਚ ਆਉਣ ਦਾ ਸਾਡਾ ਟਾਈਮ ਹੀ ਨਾ ਲੱਗੇ। ਇਹਨਾਂ ਮੋਹ ਦੇ ਵਿੱਚ ਨਾ ਆਪਾਂ ਫਸ ਜਾਈਏ ਤੇ ਮੋਹ ਕੇਵਲ ਸਤਿਗੁਰਾਂ ਦਾ ਕਰੀਏ, ਜਿਸ ਦੇ ਨਾਲ ਸਾਡਾ ਫਿਰ ਮਨ ਸਤਿਗੁਰਾਂ ਦੇ ਮੋਹ ਦੇ ਵਿੱਚ ਇੰਨਾ ਖੁੱਭ ਜਾਵੇਗਾ ਕਿ ਫਿਰ ਸੰਸਾਰ ਵੱਲ ਨਹੀਂ ਦੌੜੇਗਾ।
ਤੇ ਇਹ ਫਿਰ ਇਸ ਤਰੀਕੇ ਨਾਲ ਸਤਿਗੁਰਾਂ ਅੱਗੇ ਬੇਨਤੀ ਕਰੀਏ, ਸਾਰੀਆਂ ਪ੍ਰਾਪਤੀਆਂ ਹੋਣ ਦੇ ਬਾਵਜੂਦ ਵੀ ਬੇਨਤੀ ਕਰੀਏ ਕਿ ਪ੍ਰਣਵਤ ਨਾਨਕ ਤਿਨ ਕੀ ਸਰਣਾ, ਮੂਰਖ ਮੁਗਦਾ ਜਨਮ ਭਇਆ, ਅਤੇ ਹੁਣ ਕਿਰਪਾ ਕਰ ਦਿਓ, ਤੁਹਾਡੀ ਸ਼ਰਨ ਆਏ ਹਾਂ, ਜਿਨ ਤੂੰ ਨਾ ਹੀ ਵਿਸਰਿਆ, ਅਸੀਂ ਉਹਨਾਂ ਦੀ ਸ਼ਰਨ ਆਏ ਹਾਂ, ਤੇ ਸਾਡੇ ਤੇ ਸਤਿਗੁਰੂ ਕਿਰਪਾ ਕਰ ਦਿਓ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਸ ਤਰੀਕੇ ਨਾਲ ਸਤ ਸੰਗਤ ਵਿੱਚ ਆਣ ਕਰਕੇ ਤੇ ਸਤਿਗੁਰਾਂ ਅੱਗੇ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ। ਇਹ ਸਤਿਗੁਰਾਂ ਨੇ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਅੱਗੇ ਜੋ ਸ਼ਬਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆ ਰਿਹਾ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਿ ਇਹ ਮਨੁੱਖਾਂ ਦੀ ਆਪਾਂ ਨੂੰ ਪ੍ਰਾਪਤ ਹੋਈ ਹੈ, ਇਹ ਤੇ ਵਾਰੀ ਹੈ ਪਰਮੇਸ਼ਰ ਨੂੰ ਮਿਲਣ ਦੀ। ਤੇ ਕਿਸ ਤਰੀਕੇ ਨਾਲ ਸਤਿਗੁਰੂ ਬਖਸ਼ਿਸ਼ ਕਰਨਗੇ, ਜੀਵ ਨੂੰ ਸਮਝਾਉਣਗੇ ਕਿ ਤੂੰ ਕਿਹੜੇ ਕਾਰਜ ਵਾਸਤੇ ਆਇਆ ਹੈ ਇਸ ਸੰਸਾਰ ਦੇ ਅੰਦਰ, ਉਹ ਕੱਲ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ। ਆਈ ਹੋਈ ਸਾਰੀ ਹੀ ਸੰਗਤ ਦਾ ਧੰਨਵਾਦ। ਕਥਾ ਵਿਚਾਰਾਂ ਕਰਦਿਆਂ, ਗੁਰਬਾਣੀ ਨੂੰ ਉਚਾਰਨ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਬਖਸ਼ਣਹਾਰ ਹਨ, ਬਖਸ਼ ਲੈਣ। ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਦੀ ਖਿਮਾ ਕਰ ਦੇਣੀ। ਇਸ ਹੀ ਤਰੀਕੇ ਨਾਲ ਸੋ ਆਖਰੀ ਪੰਕਤੀਆਂ ਪੜ੍ਹ ਕੇ ਹੁਣ ਸਾਰੀ ਸਮਾਪਤੀ ਹੈ ਜੀ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਭੀ ਹੋਵਣ ਹਾਰ, ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।